ਹੈਲੋ ਜੀ, ਸਤਿ ਸ਼੍ਰੀ ਅਕਾਲ। ਵੈਲਕਮ ਟੂ ਨਿਊ ਵਲੌਗ ਦਾ ਅਮਰੀਕਨ ਜੁਡੀ ਚੈਨਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਪਹਿਲੀ ਵਿੰਡੋ ਟੋਕਨ ਵਾਲੀ ਹੁੰਦੀ ਆ, ਦੂਜੀ ਵਿੰਡੋ ਦੇ ਵਿੱਚ ਉਹ ਸਾਰੇ ਤੁਹਾਡਾ ਡਾਕੂਮੈਂਟੇਸ਼ਨ ਚੈੱਕ ਕਰਦੇ ਆ, ਤੀਜੀ ਵਿੰਡੋ ਇੰਟਰਵਿਊ ਵਾਲੀ ਹੁੰਦੀ ਆ। ਹੁਣ ਜੋ ਆਪਣਾ ਤੀਜੀ ਚੀਜ਼ ਆ ਉਹ ਆਪਣੀ ਸਿਰਫ ਇੰਟਰਵਿਊ ਆ। ਜਿਹੜਾ ਇੰਟਰਵਿਊਅਰ ਹੋਊਗਾ ਉਹਨੇ ਕੀ ਸਵਾਲ ਪੁੱਛਣੇ ਆ ਇਹ ਗੱਲ ਕਰਦੇ ਆ ਆਪਾਂ ਅੱਗੇ ਜਾ ਕੇ। Looks so cute. ਹਾਂਜੀ, ਸੋ ਫਾਈਨਲੀ ਪਹੁੰਚ ਗਏ ਆਪਾਂ ਯਾਰ ਉਹੀ ਐਗਜ਼ਿਟ 219 ਤੇ, ਜਿਹੜੇ ਉਧਰ ਗੈਸ ਸਟੇਸ਼ਨ ਰੁਕਦਾ ਹੁੰਦਾ। ਜੋ ਉਸ ਗੈਸ ਸਟੇਸ਼ਨ ਤੇ ਰੁਕਿਆ ਹੈਗਾ, ਮੈਂ ਆਇਆ ਸੀ ਉਹਦੇ ਆਪੋਜ਼ਿਟ ਹੀ ਗੈਸ ਸਟੇਸ਼ਨ ਆ। ਗੈਸ ਸਟੇਸ਼ਨ ਕਾਹਦਾ ਇਹ ਤਾਂ ਭਰਾਵਾ ਬੜਾ ਘੈਂਟ ਚੀਜ਼ ਆ। ਅੰਦਰ ਇੰਨੀਆਂ ਆਈਟਮਾਂ ਪਈਆਂ। ਐਕਚੁਅਲੀ ਟਰੱਕ ਸਟਾਪ ਆ ਇਹ ਕੋਈ, ਐਂਡ ਬਹੁਤ ਵੱਡਾ ਟਰੱਕ ਸਟਾਪ ਆ। ਉਧਰ ਟਰੱਕਾਂ ਦਾ ਹਾਲ ਦੇਖੋ, ਟਰੱਕ ਹੀ ਟਰੱਕ। ਇੱਧਰ ਉਧਰ ਟਰੱਕਾਂ ਵਾਲਾ ਪਾਸਾ ਵਾ, ਇੱਧਰ ਗੱਡੀਆਂ ਵਾਲਾ ਪਾਸਾ। ਨਾ ਗੈਸ ਸਟੇਸ਼ਨ ਐਂਡ ਯਾਰ ਸੀਰੀਅਸਲੀ ਅੰਦਰੋਂ ਬਹੁਤ ਬੜਾ ਗੈਸ ਸਟੇਸ਼ਨ ਆ। ਬਟ ਸਿਆਪਾ ਉਹੀ ਵੈਜੀਟੇਰੀਅਨ ਬੰਦੇ ਲਈ ਖਾਣ ਲਈ ਉਰੇ ਕੁਝ ਨਹੀਂ ਮਿਲਦਾ ਹੈਗਾ, ਬਹੁਤ ਔਖਾ ਹੁੰਦਾ। ਅੰਦਰ ਗਿਆ ਮੈਂ ਇੱਕ ਤਾਂ ਮੱਗ ਲੈ ਕੇ ਆਂਦਾ, ਨਾਈਸ ਫਿਲੀਜ਼ ਦਾ ਮੱਗ। ਦੇਖਦੇ ਹਾਂ ਕਾਫੀ ਕੋਈ ਭਰਦੇ ਆ ਇਹ ਚ, ਹਨਾ ਪੀਨੇ ਆ, ਫਿਰ ਕੁਝ ਚਾਹ ਪਾਣੀ ਪੀਨੇ ਆਪਾਂ। ਤੇ ਨਾਲ ਲਿਆਂਦੀ ਆ ਉਹਦੇ ਇੱਕ ਬਹੁਤ ਸਮਾਨ ਬਹੁਤ ਪਿਆ ਸੀ ਯਾਰ। ਮੈਂ ਹੈਰਾਨ ਹੋ ਗਿਆ ਉਧਰ, ਮੈਂ ਹੈਰਾਨ। I was shocked, really shocked। ਤਲਤੀ ਆ ਮੈਂ ਆਹ ਪਾਵਰ ਬੈਂਕ, ਕਿਉਂਕਿ ਲੋਡ ਪੈਂਦੀ ਆ। ਚਲੋ ਜਦੋਂ ਖੁੱਲਦਾ ਫਿਰ ਡੰਕਿਨ ਖੁੱਲਦਾ, ਆਪਾਂ ਉੱਥੇ ਹੀ ਲੈਂਦੇ ਆ, ਫਿਰ ਕੁਛ ਖਾਣ ਨੂੰ ਪੀਂਦੇ ਆ ਨਾਲੇ। ਫਿਰ ਨਾਲ ਉੱਥੇ ਡੰਕਿਨ ਦੇ ਪਿੱਛੇ ਉਹ ਕਾਲਾ ਜਿੱਥੇ ਬਿੱਲਾ ਵੱਡਾ ਸਾਰਾ ਬਿੱਲਾ ਬਣੂੜਾ ਖੜਾ ਨਾ, ਉੱਥੇ ਜਾ ਕੇ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ। ਚਲੋ ਫਿਲਿੰਗ ਕਰਾ ਲਈ ਆਪਾਂ, ਐਂਡ ਹੁਣ ਚੱਲੀਏ ਡੰਕਿਨ ਡੋਨਟਸ। ਐਂਡ ਉਹ ਆਪਣਾ ਆੜੀ ਵੀ ਆ ਗਿਆ ਭੂਤਾ। Our friend Mr. Putta is there. So ਆਪਾਂ ਆਰਡਰ ਕਰਿਆ 1 chai latte, 1 grilled cheese melt and a hash browns. ਸੋ ਦੇਖ ਰਿਹਾ ਤੁਹਾਨੂੰ ਪਿੱਛੇ ਆਪਣਾ ਭੂਤਾ ਫਰੈਂਡ, ਆਪਣਾ ਯੂ ਨੋ ਆਵਰ ਭੂਤਾ ਫਰੈਂਡ, ਯੂ ਮਸਟ ਬੀ ਲੁਕਿੰਗ ਐਟ ਆਵਰ ਭੂਤਾ ਫਰੈਂਡ। ਸੋ ਖਾਣ ਪੀਣ ਦਾ ਸਮਾਨ ਆਪਣਾ ਆ ਗਿਆ ਯਾਰ। grilled cheese melt, hash brown and ਨਾਲ ਆਇਆ chai latte, this one। ਠੀਕ ਹੈ, ਸੋ ਆਪਾਂ ਗੱਲ ਕਰਦੇ ਸੀਗੇ ਇੰਟਰਵਿਊ ਦੀ। ਪਹੁੰਚ ਗਏ ਸੀ ਐਮਬੈਸੀ 'ਚ। ਜਿਹੜਾ ਪੰਗਾ ਪੈਣਾ ਸੀ ਉਹ ਪੈ ਗਿਆ ਸੀ। ਉਹ ਵਾਪਸ ਜਾ ਕੇ ਐਮਬੈਸੀ ਬਾਹਰ ਜਾ ਕੇ ਸੌਟ ਆਊਟ ਕਰਕੇ ਦੁਬਾਰਾ ਅੰਦਰ ਆ ਗਏ ਸੀਗੇ, ਹੈ ਨਾ। ਅਤੇ ਡਾਕੂਮੈਂਟੇਸ਼ਨ ਚੈੱਕ ਕਰਾ ਕੇ ਕਾਊਂਟਰ ਨੰਬਰ 2 ਤੋਂ। ਅਤੇ ਆਪਾਂ ਹੁਣ ਵੇਟ ਕਰਦੇ ਪਏ ਸੀਗੇ ਆਪਣੀ ਕਾਲ ਦੀ, ਕਦੋਂ ਆਪਾਂ ਨੂੰ ਕਾਲ ਆਊਗੀ ਅਤੇ ਆਪਾਂ ਇੰਟਰਵਿਊ ਸਟਾਰਟ ਹੋਊਗੀ। 15 ਜਾਂ 20 ਮਿੰਟ ਬਾਅਦ ਕਾਲ ਆਉਂਦੀ ਆ ਉਹਨਾਂ ਦੀ। ਉਹ ਬੁਲਾਉਂਦੇ ਆ ਵੀ ਜਾਓ ਡੈਟ ਕਾਊਂਟਰ ਨੰਬਰ 19 'ਤੇ। ਆਈ ਰਿਮੈਂਬਰ ਕਾਊਂਟਰ ਨੰਬਰ 19 'ਤੇ ਬੁਲਾਇਆ ਸੀ ਮੈਨੂੰ, ਅਤੇ ਗਿਆ। ਹਾਈ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਹਿਲਾਂ ਤੁਹਾਨੂੰ ਪੁੱਛਦੇ ਆ ਵੀ ਤੁਸੀਂ ਕਿਹੜੀ ਲੈਂਗੁਏਜ ਤੁਸੀਂ ਕੰਫਰਟੇਬਲ ਹੋ ਨਾ। ਉੱਥੇ ਇੱਕ ਚੀਜ਼ ਹੋਰ, ਉੱਥੇ ਚਾਹੇ ਤੁਹਾਨੂੰ ਗੋਰਾ ਵੀ ਬੈਠਾ ਹੋਵੇ, ਚਾਹੇ ਆਪਣਾ ਇੰਡੀਅਨ ਬੈਠਾ ਹੋਵੇ, ਕੋਈ ਵੀ ਹੋਵੇ, ਤੁਸੀਂ ਜਿਹੜੀ ਲੈਂਗੁਏਜ ਦੇ ਵਿੱਚ ਕੰਫਰਟੇਬਲ ਹੋ ਨਾ ਉਹੀ ਲੈਂਗੁਏਜ ਲਿਓ। ਕੋਈ ਇਹ ਨਹੀਂ ਹੈਗਾ ਯਾਰ ਵੀ ਤੁਹਾਨੂੰ ਇੰਗਲਿਸ਼ ਲੈਣੀ ਜ਼ਰੂਰੀ ਹੋਈ ਆ। ਸਮਝ ਲਓ ਪਹਿਲਾਂ ਸਿਲੈਕਟ ਕਰ ਲਈ ਲੈਂਗੁਏਜ ਹਿੰਦੀ ਜਾਂ ਪੰਜਾਬੀ ਸਿਲੈਕਟ ਕਰ ਲਈ, ਐਂਡ ਤੁਸੀਂ ਉੱਥੇ ਇੰਟਰਵਿਊ ਦੇਣ ਜਾਓ, ਸਾਹਮਣੇ ਤੁਹਾਡੇ ਬੰਦਾ ਆ ਜਾਵੇ ਗੋਰਾ, ਤੁਸੀਂ ਕਹੋ ਲੈ ਇਹ ਹੁਣ ਕੀ ਹੋਊਗਾ ਵੀ। ਉਹਨਾਂ ਨੂੰ ਹਿੰਦੀ ਆਉਂਦੀ ਹੁੰਦੀ ਆ, ਐਂਡ ਇਹ ਨਹੀਂ ਹਿੰਦੀ ਪੰਜਾਬੀ ਸਭ ਕੁਛ ਆਉਂਦਾ ਹੁੰਦਾ। ਇਹ ਨਹੀਂ ਵੀ ਮਾੜੀ ਮੋਟੀ ਆਉਂਦੀ ਹੈ ਥੋੜਾ ਨੋ, ਉਹਨਾਂ ਸਭ ਕੁਝ ਚੰਗੀ ਤਰੀਕੇ ਨਾਲ ਜਿਵੇਂ ਆਪਾਂ ਬੋਲਦੇ ਉੱਦਾਂ ਹੀ ਬੋਲਦੇ ਹੁੰਦੇ ਆ। ਸੋ ਜਿਹੜੀ ਲੈਂਗੁਏਜ ਤੁਹਾਨੂੰ ਕੰਫਰਟੇਬਲ ਹੋ, ਹਿੰਦੀ, ਪੰਜਾਬੀ, ਇੰਗਲਿਸ਼, ਵਟਐਵਰ, ਤੁਸੀਂ ਉਹ ਲੈਂਗੁਏਜ ਚੂਜ਼ ਕਰੋ। ਸੋ ਉਹਨੇ ਕੁਐਸਚਨ ਪੁੱਛਣੇ ਸਟਾਰਟ ਕੀਤੇ। ਪਹਿਲਾਂ ਨਾਰਮਲੀ ਇੰਟਰੋਡਕਸ਼ਨ, ਕੀ ਨਾਮ? ਪ੍ਰਭਜੋਤ ਸਿੰਘ। ਓਕੇ। ਡੇਟ ਆਫ ਬਰਥ, ਵਾਈਫ ਦਾ ਨਾਮ ਕੀ ਹੈ? ਠੀਕ ਹੈ, ਵਾਈਫ ਦਾ ਡੇਟ ਆਫ ਬਰਥ ਕੀ ਹੈ, ਵਾਈਫ ਦਾ ਐਡਰੈਸ ਕੀ ਹੈ, ਫਿਰ ਵਾਈਫ ਦਾ ਕੰਟੈਕਟ ਨੰਬਰ ਕੀ ਹੈ, ਵਾਈਫ ਦਾ ਜਨਮ ਕਿੱਥੇ ਹੋਇਆ ਇੰਡੀਆ 'ਚ, ਵਾਈਫ ਕਦੋਂ ਗਈ ਸੀ ਉੱਥੇ,
ਇੱਦਾਂ ਹੀ ਮਤਲਬ ਇੱਦਾਂ ਦੇ ਸਵਾਲ ਪੁੱਛੀ ਗਏ ਹੈ ਨਾ ਨੋਰਮਲੀ। ਐਂਡ ਫਿਰ ਉਸ ਤੋਂ ਬਾਅਦ ਫਿਰ ਕਹਿੰਦੇ ਤੁਸੀਂ ਕਿੱਦਾਂ ਮਿਲੇ ਸੀਗੇ, ਤੁਸੀਂ ਕਿੱਦਾਂ ਇੱਕ ਦੂਜੇ ਨੂੰ ਕਿੱਦਾਂ ਮਿਲੇ। ਫਿਰ ਉਹ ਦੱਸਿਆ ਵੀ ਤੁਸੀਂ ਕਿੱਦਾਂ ਮਤਲਬ ਸਾਰਾ ਦੱਸੋ ਹੈ ਨਾ। ਓਕੇ, ਤੁਹਾਡਾ ਵਿਆਹ ਫਿਰ ਕਦੋਂ ਹੋਇਆ ਐਂਡ ਕਿਉਂ ਤੁਸੀਂ ਵਿਆਹ ਕਿਉਂ ਕਰਾਇਆ। ਤੁਹਾਨੂੰ ਪਤਾ ਸੀ ਜਦ ਤੁਹਾਡੀ ਵਾਈਫ US ਰਹਿੰਦੀ ਆ, ਤੁਸੀਂ ਉਰੇ ਰਹਿੰਦੇ ਹੋ, ਤਾਂ ਤੁਸੀਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਰਹਿਣ ਲਈ ਤਿਆਰ ਸੀਗੇ, ਤੁਸੀਂ ਵਿਆਹ ਕਿਉਂ ਕਰਾਇਆ। ਤੇ ਫਿਰ ਸਾਡੇ ਕੇਸ 'ਚ ਕੀ ਸੀਗਾ, ਸਾਡਾ ਵਿਆਹ ਤਾਂ 2016 'ਚ ਹੀ ਹੋ ਗਿਆ ਸੀਗਾ ਤੇ ਫਾਈਲ ਲਾਈ ਸੀਗੀ ਆਪਾਂ 2018 'ਚ। ਐਂਡ ਉਹਨੇ ਇਹ ਕੁਐਸਚਨ ਵੀ ਉਹਨੇ ਪੁੱਛਿਆ ਮੈਨੂੰ ਤਾਂ ਇਹ ਲੱਗਦਾ ਵੀ ਸਾਡਾ ਇਹ ਚੀਜ਼ ਸਾਡੇ ਪੋਜ਼ਿਟਿਵ 'ਚ ਗਈ ਆ, ਵੀ ਸਾਡੇ ਪੱਖ 'ਚ ਗਈ ਆ ਹੈ ਨਾ, ਵੀ ਅਸੀਂ ਫਾਈਲ ਲੇਟ ਲਾਈ। ਉਹਨੇ ਮੈਨੂੰ ਸਪੈਸ਼ਲੀ ਕੁਐਸਚਨ ਪੁੱਛਿਆ, ਮੈਨੂੰ ਕਹਿੰਦਾ ਵੀ ਤੁਹਾਡਾ ਵਿਆਹ 2016 'ਚ ਹੋਇਆ ਸੀਗਾ ਤਾਂ ਤੁਸੀਂ ਫਾਈਲ ਇੰਨੀ ਲੇਟ ਕਿਉਂ ਲਾਈ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੇਰਾ ਪਹਿਲਾਂ ਇੰਟਰਸਟ ਨਹੀਂ ਸੀਗਾ, ਬਟ ਇਹ ਹੁਣ ਲੱਗਦਾ ਦੇਖਦੇ ਪਏ ਆ ਵੀ ਉਰੇ ਨਹੀਂ ਕੁਝ ਬਣਦਾ ਪਿਆ ਹੈਗਾ ਤਾਂ ਬਾਹਰ ਜਾਣ ਦਾ ਸੋਚਦਾ ਪਿਆ। ਫਿਰ ਕਹਿੰਦਾ ਹੁਣ ਕਿਉਂ ਸੋਚਦੇ ਪਏ ਹੋ। ਮੈਂ ਉਹਨੂੰ ਇਹ ਆਨਸਰ ਦਿੱਤਾ ਸੀਗਾ, ਮੈਂ ਕਿਹਾ ਵੀ ਦੇਖੋ ਜੀ, ਵੀ ਅਮਰੀਕਾ ਹਰ ਕਿਸੇ ਦਾ ਡਰੀਮ ਹੁੰਦਾ ਅਮਰੀਕਾ ਜਾਣਾ, ਅਮਰੀਕਾ ਜਾ ਕੇ ਸੈਟਲ ਹੋਣਾ। ਐਂਡ ਜੇ ਮੇਰੇ ਕੋਲ ਉਹ ਓਪਰਚੁਨਿਟੀ ਹੈਗੀ ਆ ਮੈਂ ਕਿਉਂ ਮਿਸ ਕਰਾਂ। ਐਂਡ ਮੇਰੇ ਕੋਲ ਜੋ ਓਪਰਚੁਨਿਟੀ ਹੈਗੀ ਹੈ ਐਂਡ ਲੀਗਲ ਤਰੀਕੇ ਨਾਲ ਮੈਂ ਜਾ ਸਕਦਾ, ਮੇਰੀ ਵਾਈਫ ਉੱਥੇ ਸਿਟੀਜ਼ਨ ਆ, ਤਾਂ ਮੈਂ ਇਹ ਓਪਰਚੁਨਿਟੀ ਕਿਉਂ ਵੇਸਟ ਕਰਾਂ। ਤੁਹਾਨੂੰ ਰਿਸਪੌਂਸ ਨਹੀਂ ਦਿੰਦੇ ਕਿ ਹਾਂ ਨਾ ਕੁਛ ਵੀ ਕੁਛ ਨਹੀਂ ਕਰਦੇ ਹੁੰਦੇ ਹੈਗੇ। ਐਂਡ ਠੀਕ ਆ। ਫਿਰ ਉਸ ਤੋਂ ਬਾਅਦ ਮੈਨੂੰ ਉਹਨੇ ਪੁੱਛਿਆ ਰੀਸੈਂਟਲੀ ਤੁਸੀਂ ਕਦੋਂ ਮਿਲੇ ਸੀਗੇ। ਫਿਰ ਉਹਨੂੰ ਦੱਸਿਆ ਵੀ ਤੁਹਾਡੀ ਵਾਈਫ ਲਾਸਟ ਟਾਈਮ ਉਰੇ ਕਦੋਂ ਆਈ ਸੀ। ਫਿਰ ਮੈਂ ਉਹਨੂੰ ਦੱਸਿਆ ਵੀ ਅਸੀਂ ਇੱਦਾਂ ਕਰਕੇ ਵੀ ਮੈਂ ਉਹ ਨਹੀਂ ਆਈ ਸੀ, ਅਸੀਂ ਦੁਬਈ ਮਿਲੇ ਸੀਗੇ, ਉਹਦੇ ਬਰਥਡੇ ਸੈਲੀਬ੍ਰੇਟ ਕਰਨ ਲਈ ਅਸੀਂ ਦੁਬਈ, ਉਹ ਉੱਧਰੋਂ ਨਿਊਯਾਰਕ ਤੋਂ ਦੁਬਈ ਆ ਗਈ ਸੀਗੀ, ਮੈਂ ਇੰਡੀਆ ਤੋਂ ਦੁਬਈ ਗਿਆ ਸੀਗਾ। ਤੇ ਫਿਰ ਮੈਨੂੰ ਕਹਿੰਦਾ ਦੁਬਈ ਦੀਆਂ ਫੋਟੋਗ੍ਰਾਫਸ ਦਿਖਾਓ, ਤੇ ਮੈਂ ਉਹਨੂੰ ਫਿਰ ਫੋਟੋਗ੍ਰਾਫ ਦਿਖਾਈਆਂ ਐਲਬਮ ਦੇ ਵਿੱਚੋਂ ਕੱਢ ਕੇ ਸਾਰੀਆਂ। ਮੈਂ ਜਦੋਂ ਐਲਬਮ ਕਰਦਾ ਪਿਆ ਸੀ ਹੈ ਨਾ, ਸਾਰਾ ਜਦੋਂ ਫੋਟੋ ਲੱਭਦਾ ਪਿਆ ਸੀ ਦੁਬਈ ਵਾਲੀਆਂ, ਇੱਦਾਂ ਹੀ ਰੈਂਡਮਲੀ ਇਹ ਫੋਟੋ ਕਿੱਥੋਂ ਦੀ ਹੈ, ਇੱਥੇ ਦੀ ਹੈ, ਇੱਦਾਂ ਦੀ ਇਹ ਉਦੋਂ ਦੀ ਆ, ਇਹ ਉਦੋਂ ਅਸੀਂ ਉੱਥੇ ਸੀਗੇ, ਉੱਥੇ ਸੀਗੇ। ਓਕੇ, ਹੋਰ ਕਿੱਥੇ ਘੁੰਮਣ ਗਏ ਹੋ। ਮਾਲਦੀਵਸ ਗਏ, ਅਸੀਂ ਮਾਲਦੀਵਸ ਗਏ ਸੀਗੇ, ਫਿਰ ਦੁਬਈ ਗਏ ਸੀਗੇ। ਹੋਰ ਕਹਿੰਦਾ ਹੋਰ ਕਿੱਥੇ ਗਏ ਸੀ ਘੁੰਮਣ। ਪਰ ਮੈਂ ਕਿਹਾ ਅਸੀਂ ਇੰਡੀਆ ਘੁੰਮਦੇ ਰਹਿੰਦੇ ਸੀਗੇ, ਇੱਥੇ ਦੀਆਂ ਆਹ ਫੋਟੋਆਂ ਇੱਥੇ ਦੀਆਂ ਹੈਗੀਆਂ। ਫਿਰ ਉਹਨੇ ਫਿਰ ਪੁੱਛਣਾ ਸ਼ੁਰੂ ਕੀਤਾ ਵੀ ਤੁਹਾਡਾ ਕੰਟੈਕਟ ਕਿਵੇਂ ਹੁੰਦਾ, ਤੁਸੀਂ ਕਿਵੇਂ ਇੱਕ ਦੂਜੇ ਨਾਲ ਕੰਟੈਕਟ ਕਿਵੇਂ ਕਰਦੇ ਹੋ, ਰੋਜ਼ ਕਿੰਨੀ ਗੱਲ ਕਰਦੇ ਹੋ ਇੱਕ ਦੂਜੇ ਨਾਲ, ਜੇ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਹੋ ਕਿੱਦਾਂ ਕਰਦੇ ਹੋ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਜਦੋਂ ਮੈਂ ਸਵੇਰੇ ਉੱਠਦਾ ਉਹਦਾ ਫੋਨ ਆਉਂਦਾ, ਫਿਰ ਜਦੋਂ ਵੀ ਜੋ ਵੀ ਜਿੱਦਾਂ ਵੀ ਸਾਰਾ ਸੀਗਾ ਨਾ, ਸਾਰਾ ਕੁਝ ਐਕਸਪਲੇਨ। ਅਗਲੇ ਨੂੰ ਐਂ ਦਿਖਾਓ ਵੀ ਅਸੀਂ ਇੱਕ ਦੂਜੇ ਦੇ ਬਹੁਤ ਕੇਅਰਿੰਗ ਦਿਖਾਓ, ਨਹੀਂ ਬਣੋ ਵੀ ਇੱਦਾਂ ਵੀ ਅਸੀਂ ਇੱਕ ਦੂਜੇ ਦੀ ਕੇਅਰ ਕਰਦੇ ਹਾਂ, ਅਸੀਂ ਸਭ ਕੁਝ ਨਾ ਵੀ ਅਸੀਂ ਇੱਕ ਦੂਜੇ ਨਾਲ ਗੱਲਬਾਤ ਬਹੁਤ ਕਰਦੇ ਹਾਂ। ਦਿਖਾਓ ਵੀ, ਉਹਨੂੰ ਦੱਸਣਾ ਵੀ ਆ ਐਂਡ ਕਰਿਆ ਵੀ ਕਰੋ। ਜੇ ਨਹੀਂ ਕਰਦੇ ਵੈਸੇ ਤਾਂ ਕਰਦੇ ਹੋਵੋਗੇ, ਜੇ ਨਹੀਂ ਕਰਦੇ ਤਾਂ ਕਰਿਆ ਕਰੋ। ਸੋ ਉਹਨਾਂ ਨੇ ਇੱਦਾਂ ਡਿਟੇਲ ਪੁੱਛਣ ਲੱਗ ਗਏ ਵੀ ਤੁਹਾਡੀ ਕਨਵਰਸੇਸ਼ਨ ਕਿੰਨੀ ਹੁੰਦੀ ਆ ਆਪਸ ਦੇ ਵਿੱਚ ਨਾ, ਕਿੰਨੀ ਗੱਲ ਕਰਦੇ ਹੋ। ਮੈਂ ਦੱਸਿਆ ਸਾਰਾ ਵੀ ਸਵੇਰੇ ਟਾਈਮ ਜਦੋਂ ਮੈਂ ਉੱਠਦਾ, ਫਿਰ ਉਸ ਤੋਂ ਬਾਅਦ ਜਦੋਂ ਕੰਮ 'ਤੇ ਜਾਣ ਲੱਗਦੀ ਆ, ਜਾਂ ਕੰਮ ਤੋਂ ਆਉਂਦੀ ਆ, ਜਦੋਂ ਉਹ ਉੱਠਦੀ ਆ, ਇੱਦਾਂ ਕੰਮ ਤੋਂ ਆ ਕੇ ਜਿੰਨੀ ਵੀ ਜੋ ਸਾਰੀ ਡਿਟੇਲ ਸੀ ਸਾਰੀ ਡਿਟੇਲ ਦੱਸੀ ਉਹਨੂੰ ਮੈਂ। ਫਿਰ ਮੈਨੂੰ ਕਹਿੰਦਾ ਤੁਸੀਂ ਚੈਟ ਕਰਦੇ ਹੋਵੋਗੇ, ਕਦੋਂ ਤੋਂ ਚੈਟ ਕਰ ਰਹੇ ਹੋ। ਮੈਂ ਕਿਹਾ ਓਬਵੀਅਸਲੀ ਜਦੋਂ ਤੋਂ ਮਿਲੇ ਉਦੋਂ WhatsApp ਯੂਜ਼ ਕਰਦੇ ਹੀ ਆ। ਕਹਿੰਦਾ ਚੈਟ ਕਢਾ ਕੇ ਲੈ ਕੇ ਆਏ ਹੋ। ਤੇ ਮੈਂ ਕਿਹਾ ਯਾਰ, ਕਹਿੰਦਾ ਮੈਨੂੰ ਚੈਟ ਦਿਓ। ਮੈਂ ਜਿੰਨੇ ਸਾਰਾ ਥੱਬਾ ਸੀਗਾ ਪੇਪਰਾਂ ਨੂੰ ਸਾਰਾ ਕੱਢ ਕੇ ਉਹਦੇ ਵੱਲ ਦੇ ਗਏ। ਮੈਂ ਕਿਹਾ ਲਓ ਜੀ। ਐਂਡ ਸਾਰੇ ਉਹ ਅੰਦਰ ਲੈ ਗਿਆ, ਸਾਰੀ ਚੈਟ ਅੰਦਰ ਉਹਨੇ ਕਰ ਲਈ, ਕਾਊਂਟਰ ਦੇ ਅੰਦਰ ਲੈ ਗਿਆ। ਉਹਨੇ ਅੰਦਰ ਪਿੱਛੇ ਲਿਜਾ ਕੇ ਜਿਹੜੀ ਚੈਟ ਸੀਗੀ 4 ਜਾਂ 5 ਜਣੇ ਬੁਲਾਏ, ਉਹਨਾਂ ਨੇ ਅੱਧੀ ਮਤਲਬ ਚੈਟ ਵੰਡ ਲਈ ਆਪਸ 5 ਜਣਿਆਂ ਨੇ ਬਹਿ ਕੇ ਮੇਰੀ ਚੈਟ ਪੜ੍ਹੀ। ਇੰਟਰਵਿਊ ਉੱਥੇ ਖੜ ਕੇ, ਅਸਲ ਤੁਹਾਨੂੰ ਦੱਸਦਾ ਇੰਟਰਵਿਊ ਚੱਲਦੀ ਹੁੰਦੀ ਆ ਮੇਰੀ, ਆਈ ਥਿੰਕ 40-45 ਮਿੰਟ ਇੰਟਰਵਿਊ ਚੱਲੀ ਸੀਗੀ। ਤੁਸੀਂ ਖੜੇ ਹੁੰਦੇ ਹੋ, ਕੁਛ ਨਹੀਂ ਕਰ ਸਕਦੇ ਹੁੰਦੇ, ਜੋ ਪੁੱਛਣਗੇ ਉਹੀ ਜਵਾਬ ਦੇਣਾ ਤੁਸੀਂ, ਹੈ ਨਾ। ਉਹ ਆਪਦਾ ਟਾਈਪ ਕਰਦੇ ਰਹਿਣਗੇ। ਫਿਰ ਜਿੱਦਾਂ ਪਿੱਛੇ 5 ਜਣੇ ਚੈਟ ਪੜ੍ਹਦੇ ਰਹੇ, ਫਿਰ ਉਹ ਵੀ ਨਾਲ ਚੈਟ ਪੜ੍ਹਨ ਚਲਿਆ ਗਿਆ। ਫਿਰ ਚੈਟ ਪੜ੍ਹ ਕੇ 10 ਜਾਂ 15 ਮਿੰਟ ਚੈਟ ਪੜ੍ਹੀ ਗਏ ਉਹ। ਫਿਰ ਚੈਟ ਪੜ੍ਹ ਕੇ ਫਿਰ ਵਾਪਸ ਆਇਆ, ਫਿਰ ਟਾਈਪ ਕਰਨ ਲੱਗ ਗਿਆ। ਟਾਈਪ ਜੋ ਤੁਸੀਂ ਬੋਲਦੇ ਹੋ ਸਭ ਕੁਝ ਟਾਈਪ ਕਰਦੇ ਰਹਿੰਦੇ ਆ ਨਾਲ ਟਕ 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 ਟਕ, ਜੋ ਬੋਲਦੇ ਹੋ ਨਾਲ ਟਾਈਪ ਕਰਦੇ ਰਹਿੰਦੇ ਆ।
ਸੋ ਚੈਟ ਪੜ੍ਹ ਕੇ ਆਇਆ, ਚੈਟ ਪੜ੍ਹ ਕੇ ਵਾਪਸ ਆ ਗਿਆ। ਫਿਰ ਪੁੱਛਣ ਲੱਗ ਗਿਆ, ਕਹਿੰਦਾ ਤੁਸੀਂ ਵਿਆਹ ਨੂੰ ਤੁਹਾਨੂੰ ਇੰਨਾ ਟਾਈਮ ਹੋ ਗਿਆ, ਤੁਸੀਂ ਬੇਬੀ ਕਿਉਂ ਨਹੀਂ ਕਰਿਆ ਹਜੇ? ਮੈਂ ਕਿਹਾ ਵੀ ਅਸੀਂ ਬੇਬੀ ਕਿੱਦਾਂ ਕਰ ਲਈਏ, ਵੀ ਮੈਂ ਉਰੇ ਰਹਿ ਰਿਹਾ ਵਾਂ, ਮੇਰੀ ਵਾਈਫ ਉੱਥੇ ਆ, ਤੇ ਵੀ ਵੀ ਉਹਨੂੰ ਇਕੱਲੀ ਥੋੜੀ ਸਾਂਭੂਗੀ ਬੇਬੀ ਨੂੰ, ਵੀ ਮੈਂ ਤਾਂ ਉੱਥੇ ਹੋਣਾ ਜ਼ਰੂਰੀ ਆ ਨਾ ਮੇਰਾ। ਤਾਂ ਅਸੀਂ ਉਦੋਂ ਪਲਾਨ ਕੀਤਾ ਵੀ ਜਦੋਂ ਇੱਕ ਵਾਰ US ਪਹੁੰਚ ਗਿਆ ਫਿਰ ਅਸੀਂ ਬੇਬੀ ਕਰਾਂਗੇ। ਇੱਦਾਂ ਉਹਨੂੰ ਜਵਾਬ ਦਿੱਤਾ ਸੀਗਾ ਮੈਂ। ਐਂਡ ਫਿਰ ਇੱਦਾਂ ਹੀ ਪੁੱਛੀ ਗਿਆ, ਨੋਰਮਲੀ ਤੁਹਾਡੇ ਰਿਲੇਸ਼ਨ ਬਾਰੇ ਕੁਐਸਚਨ ਪੁੱਛਦੇ ਰਹਿੰਦੇ ਆ ਯਾਰ ਜੀ। ਮਤਲਬ ਫਿਰ ਦੁਬਾਰਾ ਨਾ ਜਿਹੜੇ ਪਹਿਲਾਂ ਕੁਐਸਚਨ ਪੁੱਛੇ ਹੁੰਦੇ ਆ ਉਹ ਕੁਐਸਚਨ ਕਈ ਕੁਐਸਚਨ ਦੁਬਾਰਾ ਫਿਰ ਪੁੱਛਣ ਲੱਗ ਜਾਂਦੇ ਆ। ਕਿਉਂ ਪੁੱਛਣ ਲੱਗ ਜਾਂਦੇ ਆ? ਕਿਉਂਕਿ ਉਹਨਾਂ ਨੂੰ ਐ ਹੁੰਦਾ ਵੀ ਜੇ ਬੰਦਾ ਇੱਕ ਵਾਰ ਯਾਦ ਕੀਤਾ ਹੋਇਆ ਵਾ ਤਾਂ ਕੀ ਪਤਾ ਨਰਵਸ ਹੋ ਕੇ ਕਿ ਉਹਦਾ ਜੇ ਨਹੀਂ ਪਤਾ ਹੈਗਾ ਜਾਂ ਝੂਠਾ ਵਾ ਜੇ ਬੰਦਾ ਨਾ, ਜਾਂ ਵੀ ਸਿਰਫ ਵੈਸੇ ਹੀ ਨਕਲੀ ਡਰੈਸ ਯਾਦ ਕਰਕੇ ਯਾਰ ਜਾਲੀ ਵਿਆਹ ਵਾਲੇ ਆ ਜਿਵੇਂ, ਵੀ ਜੇ ਕੀ ਪਤਾ ਭੁੱਲ ਹੀ ਜਾਵੇ, ਤਾਂ ਕਰਕੇ ਦੁਬਾਰਾ ਪੁੱਛਣ ਲੱਗ ਗਿਆ। ਮੈਨੂੰ ਕਹਿੰਦਾ ਅੱਛਾ ਉਹਦਾ ਐਡਰੈਸ ਕੀ ਸੀ? ਅੱਛਾ ਨੰਬਰ ਕੀ ਸੀ ਉਹਦਾ? ਡੈਸ਼ ਡੈਸ਼ ਡੈਸ਼। ਓਕੇ ਫਿਰ ਟਾਈਪ ਕਰੀ ਗਿਆ। ਫਿਰ ਜਿਹੜੀ ਚੈਟ ਪਿੱਛੇ ਪੜ੍ਹਦੇ ਪਏ ਸੀਗੇ, ਚੈਟ ਪੜ੍ਹੀ ਉਹਨਾਂ ਨੇ, ਫਿਰ ਸਾਰੇ ਇਕੱਠੇ ਹੋਏ ਆਪਸ 'ਚ, ਉਹਨੇ ਇਕੱਠੇ ਹੋ ਕੇ ਕੋਈ ਨਾ ਗੱਲ ਜੀ ਕੀਤੀ, ਸਲਾਹ, ਜਿਵੇਂ ਕੋਈ ਡਿਸੀਜਨ ਲਿਆ ਹੋਊਗਾ। ਫਿਰ ਉਹ 'ਚੋਂ ਇੱਕ ਕੁੜੀ ਸੀ ਉਹ ਉੱਠ ਕੇ ਆਈ, ਉਹਨੇ ਜਿਹੜਾ ਮੇਰੇ ਵਾਲਾ ਇਹ ਸੀਗਾ ਇੰਟਰਵਿਊਅਰ ਸੀਗਾ, ਉਹਨੂੰ ਉਹਦੇ ਕੰਨ 'ਚ ਕੁਛ ਕਿਹਾ, ਸਾਈਡ ਜਿਹਨੂੰ ਕਰਕੇ ਨਾ ਉਹਦੇ ਕੰਨ 'ਚ ਕੁਛ ਕਿਹਾ। ਫਿਰ ਸਾਲੇ ਨੇ ਟਾਈਪ ਕਰਨ ਲੱਗ ਗਿਆ। ਤੇ ਫਿਰ ਇਹਦੇ ਫਿਰ ਹੋਰ ਇੱਦਾਂ ਪੁੱਛਣ ਲੱਗ ਗਿਆ ਵੀ ਤੁਸੀਂ ਜਾ ਕੇ ਕੀ ਕਰੋਗੇ, ਤੁਹਾਡੀ ਐਜੂਕੇਸ਼ਨ ਕੀ ਹੈ ਤੇ ਤੁਸੀਂ ਜਾ ਕੇ ਕੀ ਕਰੋਗੇ, ਤੁਹਾਡੇ ਕੋਲ ਰਹਿਣ ਲਈ ਉੱਥੇ ਜਗ੍ਹਾ ਹੈਗੀ ਆ? ਹਾਂਜੀ ਹੈਗੀ ਆ। ਤੇ ਵੀ ਫਿਲਹਾਲ ਜਿੱਥੇ ਮੇਰੀ ਵਾਈਫ ਰਹਿ ਰਹੀ ਆ ਉੱਥੇ ਰਵਾਂਗੇ, ਬਟ ਵੀ ਬੜੀ ਛੇਤੀ ਅਸੀਂ ਆਪਦਾ ਜਿੱਦਾਂ ਹੀ ਮੈਂ ਪਹੁੰਚਦਾ ਉੱਥੇ, ਫਿਰ ਉਸ ਤੋਂ ਬਾਅਦ ਅਸੀਂ ਆਪਦਾ ਅਪਾਰਟਮੈਂਟ ਲੈ ਕੇ ਸ਼ਿਫਟ ਕਰਨਾ। ਜਦੋਂ ਕੁੜੀ ਚੈਟ ਵਾਲਾ ਆ ਕੇ ਦੱਸ ਗਈ ਸੀਗੀ, ਐਂਡ ਉਸ ਤੋਂ ਬਾਅਦ ਫਿਰ ਉਹਨੇ ਇੱਕ ਹਿਸਾਬ ਦਾ ਮਤਲਬ ਮਨ ਜਿਹਾ ਬਣ ਗਿਆ ਸੀਗਾ, ਰਿਲੈਕਸ ਆ, ਉਹ ਵੀ ਰਿਲੈਕਸ ਹੋ ਗਿਆ ਸੀਗਾ। ਐਂਡ ਉੱਥੇ ਆ ਕੇ ਨਾ ਮੈਨੂੰ ਵੀ ਥੋੜ੍ਹੀ ਮਤਲਬ ਸ਼ੋਰਟੀ ਹੋ ਗਈ ਸੀ, ਕਿਉਂਕਿ ਜੋ ਪੁੱਛਦਾ ਪਿਆ ਸੀ ਮੈਂ ਜਵਾਬ ਦੇ ਰਿਹਾ ਸੀਗਾ। ਉਹਦੇ ਕੋਲ ਕੋਈ ਰੀਜ਼ਨ ਸੀਗਾ ਨਹੀਂ ਮੈਨੂੰ ਨਾ ਕਰਨ ਦਾ, ਜਾਂ ਰਿਫਿਊਜ਼ਲ ਕਰਨ ਦਾ ਨਾ। ਠੋਕ ਆ ਗਿਆ, ਸਭ ਕੁਝ ਹੋ ਗਿਆ। ਤੇ ਫਿਰ ਮੈਨੂੰ ਕਹਿੰਦਾ ਓਕੇ ਮਿਸਟਰ ਸਿੰਘ, ਯੂਰ ਵੀਜ਼ਾ ਹੈਜ਼ ਬੀਨ ਅਪਰੂਵਡ, ਥੈਂਕ ਯੂ ਐਂਡ ਹੈਵ ਅ ਸੇਫ ਟ੍ਰਿਪ ਟੂ USA। ਓਕੇ। ਤੇ ਫਿਰ ਉਹਨੇ ਹੱਥ ਉੱਤੇ ਕੀਤਾ, ਪਹਿਲਾਂ ਉੱਪਰਲੇ ਪਾਸੇ ਉੱਪਰਲੇ ਮੈਂ ਇੱਦਾਂ ਖੜੇ ਨੂੰ ਦੇਖਦੇ ਵੀ ਨਿਗਾਹ ਮਾੜੀ ਜਿਹੀ ਪਈ ਸੀ। ਉੱਪਰਲੇ ਪਾਸੇ ਜਿਹੜੇ ਸੀਗੇ ਉਹ ਰਿਫਿਊਜ਼ਲ ਵਾਲੇ ਹੁੰਦੇ, ਪੇਪਰ ਹੁੰਦਾ। ਮੈਂ ਹੁਣ ਨਾ ਮੇਰੇ ਕੋਲ ਪਿਆ ਵਾ, ਫੋਟੋਜ਼ ਪਈ ਆ, ਮੈਂ ਇਹਦੇ 'ਚ ਲਾਊਂਗਾ, ਤੁਹਾਨੂੰ ਦਿਖ ਜੂਗਾ, ਇਹ 'ਤੇ ਲਾ ਦੇਣੀ ਆ ਮੈਂ। ਤੇ ਉੱਪਰ ਹੁੰਦੇ ਰਿਫਿਊਜ਼ਲ ਵਾਲੀ, ਥੱਲੇ ਹੁੰਦਾ ਦੂਜਾ ਆਪਣਾ ਅਪਰੂਵਡ, ਵੀ ਯੂਰ ਵੀਜ਼ਾ ਹੈਜ਼ ਬੀਨ ਅਪਰੂਵਡ ਵਾਲੀ ਪੇਪਰ ਹੁੰਦਾ। ਤੇ ਉਹਨੇ ਪਹਿਲਾਂ ਉੱਪਰ ਹੱਥ ਮਾਰਿਆ, ਮੈਂ ਫਿਰ ਡਰ ਗਿਆ। ਮੈਂ ਕਿਹਾ ਓਏ, ਮੈਂ ਥੱਲੋਂ ਚੱਕ ਕੇ ਆ ਦੇਤਾ। ਪਤਾ ਨਹੀਂ ਤਾਂ ਮੇਰੇ ਨਾਲ ਮਜ਼ਾਕ ਕਰਦਾ ਪਿਆ ਸੀ, ਕੀ ਮਜ਼ਾਕ ਤਾਂ ਨਹੀਂ ਕਰਦੇ ਹੁੰਦੇ, ਬਾਈ ਮਿਸਟੇਕ ਉਹਦਾ ਇਹਦਾ ਹੱਥ ਉੱਪਰ 'ਚ ਲੈ ਗਿਆ ਹੋਣਾ। ਤੇ ਉਹਨੇ ਥੱਲੋਂ ਵਰ ਕੇ ਕਹਿੰਦਾ ਓਕੇ ਮਿਸਟਰ ਸਿੰਘ, ਯੂਰ ਵੀਜ਼ਾ ਹੈਜ਼ ਬੀਨ ਅਪਰੂਵਡ, ਹੈਵ ਅ ਸੇਫ ਟ੍ਰਿਪ ਟੂ USA। ਆਪਾਂ ਭਰਾਵਾ ਜ਼ਿੰਦਗੀ ਉੱਥੇ ਹੀ ਐ, ਸੀਰੀਅਸਲੀ ਮੈਂ ਖੁਸ਼, ਮੈਂ ਚੰਗਾ ਭਰਾਵਾ, ਓਕੇ ਬਾਏ। ਉਹਨੂੰ ਮੈਂ ਥੈਂਕ ਯੂ ਸਰ ਮੈਂ 10-12 ਸਕਿੰਟ ਖੜਾ ਉੱਥੇ, ਸਮਾਨ ਇਕੱਠਾ ਕਰਨਾ ਸੀਗਾ, ਮੈਂ ਇਕੱਠਾ ਕਰਾਂ। ਉਹਨੇ ਚੈਟਾਂ ਲਿਆ ਕੇ ਬਣਾਈ, ਥੈਂਕ ਯੂ ਸਰ ਐਲਬਮਾਂ ਇਕੱਠੀਆਂ ਕਰਦਾ ਮੈਂ, ਥੈਂਕ ਯੂ ਸਰ। ਉਹਨੂੰ ਮੈਂ ਘੱਟੋ ਘੱਟ 15-20 ਸਕਿੰਟਾਂ ਜਿਹਨੂੰ ਮੈਂ 50 ਵਾਰ ਥੈਂਕ ਯੂ ਬੋਲਤਾ। ਫਿਰ ਜਾਣ ਲੱਗੇ ਫਿਰ ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ ਸਰ। ਖੁਸ਼ੀ ਇੰਨਾ ਸੀ ਯਾਰ ਉਹ ਬੰਦਾ, ਮੈਂ ਤਾਂ ਮੇਰਾ ਜੀ ਕਰਦਾ ਉਹਨੂੰ ਬੰਦੇ ਨੂੰ ਮੈਂ ਡੱਬਾ ਦੇ ਕੇ ਆਉਂਦਾ। ਐਂਡ ਯਾ ਇਹ ਬਸ ਉਸ ਤੋਂ ਬਾਅਦ ਆ ਗਿਆ ਵਾਪਸ। ਐਂਡ ਇੱਕ ਚੀਜ਼ ਤੁਹਾਨੂੰ ਹੋਰ ਦੱਸਦਾ, ਵੀਜ਼ਾ ਹੁਣ ਤੁਸੀਂ ਜਦੋਂ ਵੀਜ਼ਾ ਲੱਗ ਜਾਂਦਾ ਨਾ ਤੁਹਾਡਾ, ਉਸ ਤੋਂ ਬਾਅਦ ਪਾਸਪੋਰਟ ਕਲੈਕਟ ਕਰਨਾ ਤੁਸੀਂ ਆਪ ਬਾਏ ਹੈਂਡ ਕਲੈਕਟ ਕਰਨਾ ਜਾਂ ਕੋਰੀਅਰ ਥਾਣੀ ਘਰੇ ਮੰਗਵਾਉਣਾ, ਇਹ ਵੀ ਤੁਹਾਡੇ 'ਤੇ ਹੁੰਦਾ ਵਾ। ਇਹ ਜਦੋਂ ਆਪਾਂ ਇੰਟਰਵਿਊ ਦੀ ਉਹਦੀ ਬਾਇਓਮੈਟ੍ਰਿਕਸ ਵਾਲੀ ਡੇਟ ਲੈਂਦੇ ਆ ਨਾ, ਅਪਾਇੰਟਮੈਂਟ ਬੁੱਕ ਕਰਦੇ ਆ, ਉਹਦੇ ਵਿੱਚ ਹੀ ਮੈਂਸ਼ਨ ਕੀਤਾ ਹੋਇਆ ਹੁੰਦਾ, ਉਹਦੇ ਵਿੱਚ ਮੈਂਸ਼ਨ ਕਰਨਾ ਪੈਂਦਾ ਹੁੰਦਾ ਵੀ ਤੁਸੀਂ ਬਾਏ ਹੈਂਡ ਪਿਕ ਕਰਨਾ ਜਾਂ ਤੁਸੀਂ ਆਪਦੇ ਘਰੇ ਕੋਰੀਅਰ ਮੰਗਵਾਉਣਾ। ਮੈਂ ਇੱਕ ਤਾਂ ਬਾਏ ਹੈਂਡ ਵਾਲੀ ਆਪਸ਼ਨ ਚੂਜ਼ ਕੀਤੀ ਹੋਈ ਸੀਗੀ, ਕਿਉਂਕਿ ਜਿਸ ਦਿਨ ਇੰਟਰਵਿਊ ਹੋਈ ਸੀਗੀ ਉਸ ਤੋਂ ਬਾਅਦ ਮੈਂ ਹਜੂਰ ਸਾਹਿਬ ਚਲਿਆ ਗਿਆ। ਮਤਲਬ 27 ਦੀ ਇੰਟਰਵਿਊ ਸੀਗੀ, ਮੈਨੂੰ 2 ਤਰੀਕ ਨੂੰ ਪਾਸਪੋਰਟ ਮਿਲਣਾ ਸੀਗਾ। ਆਪਾਂ 4-5 ਦਿਨ ਹਜੂਰ ਸਾਹਿਬ ਚੰਗੇ ਆਰਾਮ ਨਾਲ ਰਹੇ, ਸੇਵਾ ਕੀਤੀ, ਤੇ ਉਸ ਤੋਂ ਬਾਅਦ ਟ੍ਰੇਨ ਫੜ ਕੇ ਆਪਾਂ ਫਿਰ ਇੱਧਰ ਨੂੰ ਆ ਗਏ ਐਂਡ ਪਾਸਪੋਰਟ ਲੈ ਕੇ ਫਿਰ ਆਪਾਂ ਘਰ ਨੂੰ ਵਾਪਸ ਆ ਗਏ। ਸੋ ਇਹ ਸੀਗੀ ਆਪਣੀ ਇੰਟਰਵਿਊ ਦਾ ਸਾਰਾ ਦਿਨ ਤੁਹਾਨੂੰ ਪੂਰਾ ਕੀਤਾ। ਤੁਹਾਨੂੰ ਮੈਂ ਦੱਸ ਦਿੰਦਾ ਯਾਰ, ਸਿੰਪਲ ਜਿਹੇ ਤਰੀਕੇ ਨਾਲ ਤੁਹਾਨੂੰ ਦੱਸ ਦਿੰਦਾ। ਵੈਸੇ ਤਾਂ ਤੁਹਾਡਾ ਵਿਆਹ ਸੱਚਾ ਜੇ ਹੈ ਨਾ, ਤੇ ਤੁਸੀਂ ਇੱਕ ਦੂਜੇ ਬਾਰੇ ਜਾਣਦੇ ਹੋਵੋਗੇ ਹੀ, ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ। ਤੁਹਾਡੇ ਡਾਕੂਮੈਂਟ ਸਹੀ ਨੇ ਸਾਰੇ, ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਜਦੋਂ ਉੱਥੇ ਤੁਸੀਂ ਜਾਓਗੇ, ਇੰਟਰਵਿਊ 'ਚੋਂ ਕੀ ਸਵਾਲ ਪੁੱਛਦੇ ਹੁੰਦੇ ਆ, ਉਹਨਾਂ ਨੇ ਤੁਹਾਡੇ ਬਾਰੇ ਕੁਝ ਨਹੀਂ ਪੁੱਛਣਾ ਹੈਗਾ। ਜਿਹੜਾ ਆਪਾਂ ਇੰਟਰਵਿਊ ਬੰਦਾ ਜਾਂਦਾ ਉਹਦੇ ਬਾਰੇ ਕੁਝ ਨਹੀਂ ਪੁੱਛਦਾ,
ਉਹਨਾਂ ਨੇ ਪੁੱਛਣਾ ਵਾ ਤੁਹਾਡੇ ਪਾਰਟਨਰ ਬਾਰੇ। ਸਿੰਪਲ ਤੌਰ ਤੇ ਆਪਾਂ ਕੱਢੀਏ, ਉਹ ਇਹ ਪ੍ਰੂਵ ਅੰਦਰ ਜਿਹੜਾ ਬੰਦਾ ਬੈਠਾ ਉਹ ਇਹ ਪ੍ਰੂਵ ਕਰਨ ਨੂੰ ਬੈਠਾ ਵੀ ਤੁਹਾਡਾ ਵਿਆਹ ਜਾਲੀ ਆ, ਐਂਡ ਤੁਸੀਂ ਉਸ ਬੰਦੇ ਨੂੰ ਮਨਾਉਣਾ ਵੀ ਮੇਰਾ ਵਿਆਹ ਜਾਲੀ ਨਹੀਂ ਹੈਗਾ, ਮੇਰਾ ਵਿਆਹ ਸਹੀ ਆ। ਠੀਕ ਆ, ਇਹ ਚੀਜ਼ ਹੁੰਦੀ ਆ। ਉਹਨੇ ਜਿੱਦਾਂ ਦਾ ਮਰਜ਼ੀ ਕੁਐਸਚਨ ਕੋਈ ਟਿਪੀਕਲ ਕੁਐਸਚਨ ਨਹੀਂ ਹੁੰਦੇ ਵੀ ਆਹੀ ਕੁਐਸਚਨ ਪੁੱਛਣੇ ਆ ਜਾਂ ਆਹੀ ਕੁਐਸਚਨ ਪੁੱਛਣੇ ਆ। ਤੁਹਾਡੀ ਲਾਈਫ ਦੇ ਉਹਨਾਂ ਕੁਐਸਚਨ ਦੇ ਕੱਢਦੇ ਵੀ ਨੇ, ਉਹ ਤੁਹਾਡੀ ਲਾਈਫ ਤੋਂ ਅੱਗੇ ਕੱਢਣੇ ਆ। ਸਟਾਰਟ ਕਰਨੀ ਉਹ ਤੁਹਾਡੀ ਇੰਟਰੋਡਕਸ਼ਨ ਤੋਂ ਸਟਾਰਟ ਕਰਨੀ ਆ, ਫਿਰ ਉਹ ਜਿਵੇਂ ਤੁਸੀਂ ਜਵਾਬ ਦਿਓਗੇ ਉੱਥੋਂ ਹੀ ਉਹਨੇ ਕੁਐਸਚਨ ਕੱਢਣਾ। ਜਿਵੇਂ ਕਿਹਾ ਵੀ ਤੁਹਾਡੀ ਅੱਛਾ ਵਾਈਫ ਕਿੱਥੇ ਰਹਿੰਦੀ ਆ, ਨਿਊਯਾਰਕ ਰਹਿੰਦੀ ਆ, ਓਕੇ, ਉਹਦਾ ਨੰਬਰ ਐਡਰੈਸ ਕੀ ਐਡਰੈਸ, ਅੱਛਾ ਨਿਊਯਾਰਕ ਦਾ ਉਹਦਾ ਐਡਰੈਸ ਕੀ ਨਿਊਯਾਰਕ ਦਾ, ਓਕੇ। ਉਹ ਤੁਹਾਡੀ ਵਾਈਫ ਕਦੋਂ ਗਈ ਸੀ, ਉਦੋਂ ਗਈ ਸੀ ਇੰਨੇ ਸਾਲ, ਅੱਛਾ ਕਿਹੜੀ ਕਲਾਸ, ਉਦੋਂ ਉਰੇ ਕਿਹੜੇ ਸਕੂਲ ਸਟੱਡੀ ਕਰਦੀ ਸੀਗੀ ਵਾਈਫ ਤੁਹਾਡੀ, ਅੱਛਾ ਐਜੂਕੇਸ਼ਨ ਦੀ ਗੱਲ ਚੱਲਦੀ ਵੀ, ਓਕੇ। ਜਦੋਂ ਨਿਊਯਾਰਕ ਗਈ, ਨਿਊਯਾਰਕ ਜਾ ਕੇ ਫਿਰ ਉਹਨੇ ਸਟੱਡੀ ਕੰਟੀਨਿਊ ਕੀਤੀ, ਯੈਸ ਕੀਤੀ, ਕਿਹੜੇ ਸਕੂਲ ਕੀਤੀ ਜਾਂ ਕਿਹੜੇ ਕਾਲਜ ਕੀਤੀ, ਕਿਹੜੇ ਕਾਲਜ ਪੜ੍ਹੀ ਹੋਈ, ਇਹ ਵੀ ਸਵਾਲ ਪੁੱਛਿਆ ਸੀਗਾ ਵੀ ਕਿਹੜੇ ਕਾਲਜ ਤੁਹਾਡੀ ਵਾਈਫ ਨੇ ਸਟੱਡੀ ਕਿਹੜੇ ਕਾਲਜ ਕੀਤੀ ਆ। ਫਿਰ ਮੈਨੂੰ ਇਹ ਵੀ ਸਵਾਲ ਪੁੱਛਿਆ ਸੀਗਾ ਤੁਹਾਡੀ ਵਾਈਫ ਦੀ ਕੁਆਲੀਫਿਕੇਸ਼ਨ ਕੀ ਆ। ਫਿਰ ਪੁੱਛਿਆ ਸੀਗਾ ਵੀ ਤੁਹਾਡੀ ਵਾਈਫ ਜੌਬ ਕੀ ਕਰਦੀ ਆ, ਕਿੰਨੇ ਸਾਲ ਹੋ ਗਏ ਇੱਥੇ, ਜਿਹੜੀ ਥਾਂ ਤੇ ਜੌਬ ਕਰਦੀ ਪਈ ਆ ਇਸ ਜਗ੍ਹਾ ਤੇ ਜੌਬ ਕਰਦੀ ਨੂੰ ਕਿੰਨੇ ਸਾਲ ਹੋ ਗਏ, ਐਂਡ ਇਸ ਤੋਂ ਪਹਿਲਾਂ ਕਿੱਥੇ ਜੌਬ ਕਰਦੀ ਸੀਗੀ, ਸਭ ਤੋਂ ਪਹਿਲੀ ਜੌਬ ਕਿਹੜੀ ਸੀਗੀ। ਮਤਲਬ ਫਟਾਫਟ ਇੱਦਾਂ ਹੀ ਪੁੱਛ। ਹੁਣ ਮੈਂ ਗੱਲ ਕੀਤੀ ਆ, ਹੁਣ ਮੈਨੂੰ ਉਹ ਇੱਦਾਂ ਹੀ ਦਿਮਾਗ 'ਚ ਆਇਆ ਵੀ ਇਹ ਵੀ ਸਵਾਲ ਪੁੱਛੇ ਸੀਗੇ। ਸੋ ਉਹ ਜਿਵੇਂ ਤੁਸੀਂ ਜਵਾਬ ਦਿਓਗੇ ਨਾ, ਤੁਹਾਡੇ ਜਵਾਬ ਤੋਂ ਹੀ ਉਹਨੇ ਨਵਾਂ ਹੋਰ ਕੁਐਸਚਨ ਲੱਭ ਲੈਣਾ। ਸਭ ਤੋਂ ਬੈਸਟ ਚੀਜ਼ ਜੇ ਤੁਸੀਂ ਆਪਦੇ ਇੰਟਰਵਿਊ ਤਿਆਰੀ ਕਰਨੀ ਆ ਨਾ, ਕਿਸੇ ਆਪਦੇ ਫਰੈਂਡ ਨੂੰ ਜਾਂ ਕਿਸੇ ਫੈਮਿਲੀ ਮੈਂਬਰ ਨੂੰ ਕਹੋ ਵੀ ਮੇਰੇ ਤੋਂ ਸਵਾਲ ਪੁੱਛ, ਵੀ ਮੇਰੇ ਤੋਂ ਇੱਦਾਂ ਸਾਰੇ ਮੇਰੀ ਵਾਈਫ ਬਾਰੇ, ਮੇਰੇ ਰਿਲੇਸ਼ਨ ਬਾਰੇ, ਮੇਰੇ ਵਿਆਹ ਬਾਰੇ ਜਾਂ ਮੇਰੀ ਲਾਈਫ ਬਾਰੇ ਸਾਰੇ ਸਵਾਲ ਪੁੱਛ, ਮੇਰੀ ਵਾਈਫ ਦੀ ਲਾਈਫ ਬਾਰੇ। ਉੱਥੇ ਮੈਂ ਤੈਨੂੰ ਜਵਾਬ ਦਿੰਨੀ ਆ ਜਾਂ ਦਿੰਨਾ। ਇੱਦਾਂ ਜੋ ਸਵਾਲ ਜਵਾਬ ਕਰੋਗੇ, ਸਭ ਕੁਝ ਕਰੋਗੇ ਤਾਂ ਤੁਹਾਡੀ ਪ੍ਰੈਕਟਿਸ ਆਪਣੇ ਆਪ ਹੋਊਗੀ। ਗੂਗਲ 'ਤੇ ਸਰਚ ਕਰ ਲਿਓ ਜਿਹੜੇ ਮਤਲਬ ਬੇਸਿਕ ਜਿਹੇ ਕੁਐਸਚਨ ਹੁੰਦੇ ਨੇ, ਬਟ ਸਰਚ ਕਰਨ ਦੀ ਸੱਚੀ ਕੋਈ ਲੋੜ ਨਹੀਂ ਹੈਗੀ। ਹਰ ਬੰਦੇ ਦੀ ਲਾਈਫ ਡਿਫਰੈਂਟ ਹੁੰਦੀ। ਮੈਂ ਤੁਹਾਨੂੰ ਪਹਿਲਾਂ ਦੱਸਿਆ, ਉਹਨੇ ਤੁਹਾਡੇ ਜਵਾਬਾਂ ਦੇ ਵਿੱਚੋਂ ਹੀ ਉਹਨੇ ਨਵਾਂ ਸਵਾਲ ਲੱਭਣਾ। ਤੇ ਐਂਡ ਇੱਕ ਹੋਰ ਚੀਜ਼, ਸਭ ਤੋਂ ਸਾਰਾ ਕੁਝ ਡਬਲ ਚੈੱਕ ਕਰਕੇ ਜਾਇਓ, ਫਿਰ ਸਾਰਾ ਕੁਝ ਸਹੀ ਦੱਸਿਓ ਉਹਨਾਂ ਨੂੰ। ਉਹਨਾਂ ਕੋਲ ਸਾਰੀ ਡਿਟੇਲ ਹੁੰਦੀ ਆ ਆਪਣੀ, ਉਹਨਾਂ ਤੋਂ ਲੁਕਾਉਣ ਦੀ ਕੋਈ ਚੀਜ਼ ਨਹੀਂ ਹੈਗੀ। ਫਿਰ ਜਿੰਨੇ ਡਾਕੂਮੈਂਟ ਹੋ ਸਕਦੇ ਆ ਉਨੇ ਲੈ ਕੇ ਜਾਇਓ, ਜਿੰਨੇ ਸਪੋਰਟਿਵ ਹੋ ਸਕਦੇ ਆ ਉਨੇ ਲੈ ਕੇ ਜਾਇਓ। ਠੀਕ ਹੈ, ਚੈਟਸ ਸਾਂਭ ਕੇ ਰੱਖੋ, ਆਪਦੀਆਂ ਚੈਟਸ ਸਾਂਭ ਕੇ ਰੱਖੋ। ਇਹਦੇ ਕੀ ਨਾਮ ਆ, ਜਦੋਂ ਲੇਟੈਸਟ ਚੈਟਸ ਲੈ ਕੇ ਜਾਇਓ ਉੱਥੇ। ਜਦੋਂ ਤੁਹਾਡੀ ਇੰਟਰਵਿਊ ਹੋਊਗੀ ਉਹ ਤੋਂ 3-4 ਦਿਨ, ਹਫ਼ਤਾ ਕੁ ਪਹਿਲਾਂ ਦੀਆਂ ਨਾ ਚੈਟਸ, ਹਫ਼ਤਾ ਕੁ ਪਹਿਲਾਂ ਤੱਕ ਦੀਆਂ ਚੈਟਸ ਸਾਰੀਆਂ ਲੈ ਜਾਓ। ਜਦੋਂ ਮੈਂ ਚੈਟ ਪੜ੍ਹਨੀ ਸ਼ੁਰੂ ਕੀਤੀ ਸੀ ਯਾਰ, ਮੈਨੂੰ ਉਦੋਂ ਕੌਨਫੀਡੈਂਸ ਕਿਉਂ ਆ ਗਿਆ ਸੀਗਾ। ਹੁਣ ਚੈਟ ਦੇ ਵਿੱਚ ਜਦੋਂ ਚੈਟ ਕਰਦੇ ਆ, ਸਾਰੇ ਇਮੋਸ਼ਨ ਹੁੰਦੇ ਆ ਯਾਰ, ਪਿਆਰ ਦੀਆਂ ਗੱਲਾਂ ਵੀ ਹੁੰਦੀਆਂ ਨੇ, ਹੈ ਨਾ, ਪਲੈਨਿੰਗ ਵੀ ਹੁੰਦੀ ਆ ਫਿਊਚਰ ਦੀ, ਕੋਈ ਹੋਰ ਘਰੇ ਕੋਈ ਗੱਲ ਚੱਲਦੀ ਪਈ ਉਹ ਪਲੈਨਿੰਗ ਹੁੰਦੀ ਆ, ਜਾਂ ਡਿਸਕਸ਼ਨ ਕਰਦੇ ਆ ਆਪਾਂ ਕੋਈ ਕਿਸੇ ਚੀਜ਼ ਦੀ, ਉਹ ਚੀਜ਼ ਹੁੰਦੀ ਆ। ਮੇਰੀ ਵਾਈਫ ਉਰੇ ਸੁੰਮੀ ਕੋਈ ਚੀਜ਼ ਕਰਦੀ ਸੀ, ਕਿਤੇ ਜਾ ਰਹੀ ਸੀ, ਉਹ ਚੀਜ਼ ਦੱਸਦੇ ਸੀਗੇ। ਮੈਂ ਕਿਤੇ ਜਾ ਰਿਹਾ ਹੁੰਦਾ ਸੀ, ਉਹ ਚੀਜ਼ ਦੱਸਦਾ ਸੀਗਾ। ਗੁੱਡ ਮਾਰਨਿੰਗ ਬੇਬੀ, ਗੁੱਡ ਈਵਨਿੰਗ ਬੇਬੀ, ਗੁੱਡ ਨਾਈਟ ਬੇਬੀ, ਸਾਰਾ ਕੁਛ ਇਹ ਚੀਜ਼ਾਂ ਨੋਟ ਕਰਦੇ ਆ, ਹੈ ਨਾ। ਤੇ ਫਿਰ ਕੁੱਤ ਕਲੇਸ਼ ਵੀ ਹੁੰਦੇ ਆ ਵਿੱਚ। ਜਦੋਂ ਉਹਨੇ ਚੈਟ ਫੜੀ ਨਾ, ਮੈਂ ਕਿਹਾ ਹੁਣ ਉਦੋਂ ਮੈਨੂੰ ਸੱਚੀ ਯਕੀਨ ਹੋ ਗਿਆ ਸੀ ਵੀ ਹੁਣ ਵੀਜ਼ਾ ਨਹੀਂ ਕਿਤੇ ਚੱਲਿਆ, ਹੁਣ ਵੀਜ਼ਾ ਲੱਗਣਾ ਹੀ ਲੱਗਣਾ। ਕਿਉਂਕਿ ਅੱਧੇ ਤਾਂ ਕੁੱਤ ਕਲੇਸ਼ ਹੁੰਦੇ ਨੇ, ਉਹਨੇ ਦੇਖਣਾ ਵੀ ਹਾਂ ਕੁੱਤ ਕਲੇਸ਼ ਤਾਂ ਸਹੀ ਅਸਲੀ ਘਰ ਵਾਲਾ ਘਰ ਲਈ ਕਰ ਸਕਦੇ ਆ। ਸੋ ਲੜਾਈਆਂ ਕਰ ਲਿਆ ਕਰੋ, ਚੈਟਾਂ ਦੇ ਕੰਮ ਆਉਣਗੀਆਂ ਇੰਟਰਵਿਊ ਦੇ ਵਿੱਚ। ਯਾਰ ਬਾਕੀ ਆਹੀ ਸੀਗਾ ਯਾਰ, ਮੇਰੇ ਇੰਟਰਵਿਊ 'ਚ ਤਾਂ ਆਹੀ ਕੁਝ ਪੁੱਛਿਆ ਸੀਗਾ, ਇੱਦਾਂ ਹੀ ਸੀਗਾ। ਐਂਡ ਮੈਂ ਜੇ ਤੁਹਾਨੂੰ ਰਾਏ ਤਾਂ ਇਹੀ ਦਊਂਗਾ ਵੀ ਸਭ ਤੋਂ ਬੇਸਿਕ ਚੀਜ਼ ਵੀ ਆਪਦੇ ਆਪ ਨੂੰ, ਆਪਦੇ ਰਿਲੇਸ਼ਨ ਨੂੰ ਜਾਣੋ, ਆਪਦੀ ਵਾਈਫ ਬਾਰੇ ਜਾਣੋ ਵੱਧ ਤੋਂ ਵੱਧ, ਆਪਦੇ ਹਸਬੈਂਡ ਬਾਰੇ ਜਾਣੋ ਵੱਧ ਤੋਂ ਵੱਧ। ਉਹਨਾਂ ਦੇ ਮਤਲਬ ਗ੍ਰੈਂਡ ਪੇਰੈਂਟਸ ਤੱਕ ਦੇ ਨਾਮ ਨੂੰ ਯਾਦ ਰੱਖੋ, ਕਿੱਥੇ ਰਹਿੰਦੇ ਨੇ, ਕੀ ਕਰਦੇ ਨੇ, ਕਿੱਦਾਂ ਕਰਦੇ ਨੇ, ਸਟੱਡੀ ਕਿੱਥੇ ਕੀਤੀ, ਕਿੱਥੇ ਪੜ੍ਹੇ ਨੇ, ਇੰਡੀਆ 'ਚ ਕਿੱਥੋਂ ਗਏ ਨੇ, ਕਿੱਥੇ ਡੇਟ ਆਫ ਬਰਥ ਆ, ਜੋ ਵੀ ਜਿੰਨੀ ਬਰੀਕ ਡਿਟੇਲ ਆ ਉਹ ਸਾਰੀ ਆਪਦੇ ਪਾਰਟਨਰ ਬਾਰੇ ਜਾਣੋ। ਇਹ ਤੁਹਾਡੇ ਕੰਮ ਆਉਣੀ ਆ। ਫਿਰ ਜਿਹੜੀਆਂ ਫੋਟੋਆਂ ਜਿੰਨੀਆਂ ਹੋ ਸਕਦੀਆਂ ਉਨੀਆਂ ਫੋਟੋਆਂ ਲੈ ਕੇ ਜਾਓ, ਜਿੰਨੀਆਂ ਹੋ ਸਕਦੀਆਂ ਉਨੀਆਂ ਫੋਟੋਆਂ ਲੈ ਕੇ ਜਾਓ। ਸੋ ਬਾਕੀ ਸੋ ਇਹ ਸੀਗੀ ਯਾਰ ਮੇਰੀ ਇੰਟਰਵਿਊ ਦੀ ਡਿਟੇਲ। ਤੇ ਚਲੋ ਹੁਣ ਆਪਾਂ ਉਦੋਂ ਚੱਲਦੇ ਹਾਂ ਤਾਂ ਸੂਰਜ ਚਾਚਾ ਵੀ ਨਿਕਲਿਆ ਆ, ਪਿੱਛੇ ਸੂਰਜ ਚਾਚਾ ਵੀ ਨਿਕਲਿਆ। ਚਲੋ ਸੋ ਆਪਾਂ ਹੁਣ ਚੱਲਦੇ ਹਾਂ ਯਾਰ। ਦੇਖੋ ਸ਼ਾਰਟਸ ਲੈਣ ਲਈ ਕੀ ਕੁਛ ਕਰਨਾ ਪੈਂਦਾ, ਜਿਵੇਂ ਮਾਈਨਿੰਗ ਵਾਲੇ ਨਹੀਂ ਹੁੰਦੇ ਹੈਗੇ ਬੰਦੇ, ਜਿਹੜੇ ਮਾਈਨਿੰਗ ਹੈ ਕੋਲੇ ਦੀਆਂ ਖਾਨਾਂ ਜਾਂਦੇ ਹੁੰਦੇ, ਉਰੇ ਲਾਈਟ ਜੀ ਲਾ ਕੇ, ਹੈਲਮਟ ਜਿਹਾ ਪਾ ਕੇ। ਚਲੋ ਲੈਟਸ ਗੋ।
ਜਿਹੜੀ ਆਪਾਂ ਯਾਰ ਪਿੱਛੇ ਮਾਊਂਟੇਨ ਰੇਂਜ ਛੱਡ ਕੇ ਆਏ ਆ, ਜਿਹੜੀ ਪਿੱਛੇ ਮਾਊਂਟੇਨ ਜਿੰਨੇ ਸੀਗੇ ਉਹ ਸਾਰੇ ਮਾਊਂਟੇਨਸ ਹੈਗੇ ਆ ਐਂਡਲੈਸ ਮਾਊਂਟੇਨ ਰੇਂਜ। ਐਂਡ ਆਪਾਂ ਹੁਣ ਅੱਗੇ ਜਿੱਥੇ ਚੱਲੇ ਆ, ਜਿਹੜੇ ਅੱਗੇ ਮਾਊਂਟੇਨਸ ਆਉਣੇ ਆ, ਅੱਗੇ ਜਿਹੜੇ ਸਾਰੇ ਪਹਾੜ ਆਉਣੇ ਆ, ਉਹ ਤੁਹਾਨੂੰ ਪਿਛਲੀ ਵਾਰ ਦੱਸਿਆ ਸੀਗਾ ਨਾ ਵੀ USA ਦਾ ਸ਼ਿਮਲਾ, USA ਦਾ ਮਨਾਲੀ, ਪੋਕੋਨੋ ਮਾਊਂਟੇਨਸ। ਯਾਦ ਆ ਕਿਸੇ ਨੂੰ? ਜੇ ਵੀਡੀਓ ਦੇਖੋਗੇ ਤਾਂ ਯਾਦ ਆਪੇ ਹੋਊਗਾ। ਸੋ ਆਪਾਂ ਹੁਣ ਜਿਹੜੀ ਮਾਊਂਟੇਨ ਰੇਂਜ ਆਉਣ ਲੱਗੇ ਆ, ਇਹਦਾ ਨਾਮ ਹੈਗਾ ਪੋਕੋਨੋ ਮਾਊਂਟੇਨਸ। ਆਪਾਂ ਉਹੀ ਸੀਨਿਕ ਵਿਊ ਤੇ ਪਹੁੰਚ ਗਏ। ਇੱਧਰ ਆਪਣਾ ਝੋਟਾ ਸਿੰਘ ਖੜੇ ਨੇ। ਝੋਟਾ ਸਿੰਘ ਉਹ ਦੇਖੋ ਬੱਦਲ ਕਿੰਨੇ ਸੋਹਣੇ ਲੱਗਦੇ ਪਏ ਯਾਰ। ਕੰਧਾਂ ਤੇ ਲਿਖਣਾ ਜਿਹੜਾ ਆਸ਼ਕਾਂ ਦੀ ਨਿਸ਼ਾਨੀ ਹੁੰਦੀ ਹੈ ਨਾ, ਕੰਧਾਂ ਤੇ ਲਿਖਣ ਵਾਲੀ, ਇਹ ਇਕੱਲੀ ਇੰਡੀਆ 'ਚ ਹੀ ਨਹੀਂ ਹੁੰਦੀ ਹੈਗੀ, ਇਹ ਉਰੇ ਵੀ ਆ। ਤੁਹਾਨੂੰ ਦਿਖਾਣਾ, ਦੇਖੋ ਮਿੱਕੀ ਐਂਡ ਡਾਈ ਦਿਲ ਚ ਆਏ ਹਾਏ ਹਾਏ। ਮੈਗੋ ਵਾਸ ਹੇਅਰ ਜੂਨ 1 2021। ਮੈਗੋ ਤੈਨੂੰ ਪੁੱਛਿਆ ਕਿਸੇ ਨੇ? ਮੈਟ ਪਲੱਸ ਯਾਮੀ ਦਿਲ ਬਣਾ ਕੇ। ਓਹ ਆਸ਼ਕੀਆਂ। RM ਪਲੱਸ RS 2021 ਦਿਲ ਚ ਤੀਰ ਮਾਰ ਕੇ। ਲਿਲੀ ਪਲੱਸ ਜਸਟਿਨ 6/26/2021। ਇਹ ਤਾਂ ਰੀਸੈਂਟ ਹੀ ਆ, ਹਫ਼ਤਾ ਕੁ ਪਹਿਲਾਂ ਹੀ ਦਿਲ ਬਣਾ ਕੇ ਗਏ ਆ। ਤਾਂ ਇਹਨਾਂ ਦਾ ਪਿਆਰ ਤਾਜ਼ਾ ਲੱਗਦਾ। ਕ੍ਰਿਸਟੀ ਵਾਜ਼ ਹੇਅਰ ਜੂਨ 25। ਕ੍ਰਿਸਟੀ ਤੂੰ ਉਰੇ ਆਈ ਸੀ 25 ਜੂਨ ਨੂੰ 2021 ਨੂੰ। ਕ੍ਰਿਸਟੀ ਉਰੇ ਫਿਰਦੀ ਸੀ। ਕ੍ਰਿਸਟੀ ਮੰਮੀ ਡੈਡੀ ਨੂੰ ਪੁੱਛੋ ਭਾਈ। ਇੱਥੋਂ ਇਹ ਸਿੱਧ ਹੁੰਦਾ ਵੀ ਆਸ਼ਕ ਜਿੱਥੇ ਮਰਜ਼ੀ ਚਲੇ ਜਾਣ, ਆਸ਼ਕਾਂ ਦੀ ਕੌਮ ਸੇਮ ਹੁੰਦੀ ਆ, ਆਸ਼ਕਾਂ ਦੀ ਥਿੰਕਿੰਗ ਸੇਮ ਹੁੰਦੀ ਆ, ਆਸ਼ਕਾਂ ਦੀ ਕੌਮ ਜਿੰਦਾਬਾਦ। ਸੋ ਆਪਣੀ ਇੰਟਰਵਿਊ ਦਾ ਤੁਹਾਨੂੰ ਦੱਸਤਾ ਯਾਰ ਮੈਂ, ਹਨਾ ਵੀ ਇੰਟਰਵਿਊ ਤੇ ਕੀ ਸਵਾਲ ਪੁੱਛੇ ਸੀਗੇ। ਸੋ ਇਨ ਸ਼ਾਰਟ ਆਪਾਂ ਹੁਣ ਇਹੀ ਆ, ਤੁਹਾਨੂੰ ਇਨ ਸ਼ਾਰਟ ਤਰੀਕੇ ਦੱਸ ਦਿੰਦਾ ਯਾਰ। ਉਹਨਾਂ ਮਤਲਬ ਤੁਸੀਂ ਯਾਰ ਇਹ ਦਿਖਾਉਣਾ ਹੋਵੇ, ਉਹਨਾਂ ਨੂੰ ਇਹ ਦਿਖਾਉਣਾ ਤੁਸੀਂ ਵੀ ਸਾਨੂੰ ਬਹੁਤ ਪਿਆਰ ਆ ਇੱਕ ਦੂਜੇ ਨਾਲ, ਤੇ ਅਸੀਂ ਇੱਕ ਦੂਜੇ ਦੀ ਹਰ ਖਬਰ ਰੱਖਦੇ ਆ। ਵੀ ਸਵੇਰੇ ਉੱਠਦੇ ਹੋ, ਜਦੋਂ ਮੈਂ ਉੱਠਦਾ ਜਾਂ ਉੱਠਦੀ ਆ, ਉਹ ਕਾਲ ਕਰਦਾ ਜਾਂ ਕਾਲ ਕਰਦੀ ਆ। ਸਵੇਰੇ ਸਾਡੀ ਗੱਲ ਹੁੰਦੀ ਹੈ, ਸ਼ਾਮ ਨੂੰ ਸਾਡੀ ਗੱਲ ਹੁੰਦੀ ਆ। ਤੁਸੀਂ ਮਤਲਬ ਉਹਨਾਂ ਨੂੰ ਇਹ ਦਿਖਾਉਣਾ ਵੀ ਸਾਡੀ ਬਹੁਤ ਗੱਲ ਹੁੰਦੀ ਆ, ਤੇ ਅਸੀਂ ਚੈਟ ਬਹੁਤ ਕਰੀਦੀ ਆ। ਜਦੋਂ ਵੀ ਇਨ ਸਿੰਪਲ ਸ਼ਾਰਟ ਤਰੀਕੇ ਨਾਲ ਵੀ ਜੋ ਵੀ ਮੈਂ ਉਰੇ ਕਰਦਾ, ਜੋ ਵੀ ਕਰਦਾ ਜਾਂ ਕਰਦੀ ਆ, ਜਾਂ ਉਹ ਉੱਥੇ US ਜੋ ਕਰਦਾ ਜਾਂ ਕਰਦੇ ਆ, ਵੀ ਸਾਨੂੰ ਸਾਰੀ ਇੱਕ ਦੂਜੇ ਦੀ ਖਬਰ ਹੁੰਦੀ ਆ, ਸਾਨੂੰ ਇੱਕ ਦੂਜੇ ਬਾਰੇ ਸਾਰੀ ਨੌਲੇਜ ਆ। ਅਸੀਂ ਐਵੇਂ ਹੀ ਫਾਲਤੂ ਇੱਦਾਂ ਹੀ ਨਹੀਂ ਵੀ ਵਿਆਹ ਕਰਾ ਲਿਆ ਬਸ, ਵੀ ਬਾਹਰ ਜਾਣ ਲਈ ਇਕੱਲਾ ਵਿਆਹ ਕਰਾ ਲਿਆ, ਵੀ ਹਾਂ ਸਾਨੂੰ ਇੱਕ ਦੂਜੇ ਨਾਲ ਪਿਆਰ ਹੈਗਾ। ਸਾਰੀਆਂ ਡੇਟਸ ਵਗੈਰਾ ਯਾਦ ਕਰਕੇ ਜਾਇਓ, ਕਦੋਂ ਪਹਿਲੀ ਵਾਰ ਮਿਲੇ ਸੀ, ਪਹਿਲੀ ਵਾਰ ਡੇਟ ਤੇ ਕਿੱਥੇ ਗਏ ਸੀ, ਹਨਾ, ਜਾਂ ਪਹਿਲੀ ਵਾਰ ਕੋਈ ਵੀ ਚੀਜ਼ ਪੁੱਛ ਲੈਣਗੇ, ਹਨਾ। ਤੁਹਾਨੂੰ ਪਹਿਲਾਂ ਗਿਫਟ ਕੀ ਦਿੱਤਾ ਸੀਗਾ, ਇਦਾਂ ਦੀ ਚੀਜ਼ ਵੀ ਪੁੱਛ ਸਕਦੇ ਆ। ਤੁਸੀਂ ਪਹਿਲੀ ਵਾਰ ਘੁੰਮਣ ਕਿੱਥੇ ਗਏ ਸੀਗੇ, ਫਿਰ ਜਾਂ ਤੁਹਾਨੂੰ ਪੁੱਛ ਸਕਦੇ ਆ ਵੀ ਤੁਸੀਂ ਪਹਿਲੀ ਵਾਰ, ਇਦਾਂ ਦੀ ਚੀਜ਼ਾਂ ਵੀ ਪਹਿਲੀ ਵਾਰ ਕਿੱਥੇ ਗਏ ਸੀ, ਤੁਹਾਨੂੰ ਬਰਥਡੇ ਤੇ ਤੁਸੀਂ ਬਰਥਡੇ ਤੇ ਕੀ ਗਿਫਟ ਦਿੱਤਾ ਸੀਗਾ। ਹਾਂਜੀ, ਮੈਨੂੰ ਇਹ ਵੀ ਪੁੱਛਿਆ ਸੀ ਉਹਨੂੰ ਬਰਥਡੇ ਤੇ ਕੀ ਗਿਫਟ ਦਿੱਤਾ ਸੀਗਾ, ਰੀਸੈਂਟ ਬਰਥਡੇ ਤੇ ਵੀ, ਹੁਣ ਤੁਸੀਂ ਲੇਟੈਸਟ ਬਰਥਡੇ ਤੇ ਉਹਨੂੰ ਕੀ ਗਿਫਟ ਦਿੱਤਾ ਸੀਗਾ। ਇਦਾਂ ਦੇ ਸਵਾਲ ਵੀ ਹੁੰਦੇ ਆ ਬਹੁਤ। ਕੱਲੀ ਚੀਜ਼ ਯਾਦ ਕਰਕੇ ਜਾਇਓ ਵੀ, ਹਨਾ, ਵੀ ਕੀ ਗਿਫਟ ਦਿੱਤਾ ਤੁਸੀਂ। ਓਬਵੀਅਸਲੀ ਇਹ ਤਾਂ ਯਾਦ ਕਰਨ ਦੀ ਚੀਜ਼ ਲੋੜ ਹੈ ਨਹੀਂ ਕਿ ਯਾਰ ਵੀ ਤੁਸੀਂ ਬਰਥਡੇ ਤੇ ਕੀ ਗਿਫਟ ਦਿੱਤਾ ਆਪਦੀ ਵਾਈਫ ਨੂੰ, ਹਨਾ, ਜਾਂ ਆਪਦੇ ਪਾਰਟਨਰ ਨੂੰ। ਫਿਰ ਵੀ ਜਾਂ ਤੁਹਾਨੂੰ ਬਰਥਡੇ ਯਾਦ ਕਰਨ ਦੀ ਲੋੜ ਨਹੀਂ, ਤੁਹਾਨੂੰ ਆਪਦੇ ਵਿਆਹ ਦੀ ਡੇਟ ਯਾਦ ਕਰਨ ਦੀ ਲੋੜ ਨਹੀਂ। ਇਹ ਤਾਂ ਪਤਾ ਹੀ ਹੁੰਦਾ ਯਾਰ। ਜੇ ਨਹੀਂ ਪਤਾ ਹੁੰਦਾ ਤਾਂ ਫਿਰ ਮਤਲਬ ਇਹ ਆ ਵੀ ਫਿਰ ਸੱਚੀ ਫਿਰ ਕਾਗਜ਼ੀ ਕਾਰਵਾਈ ਆ, ਵੀ ਵੀਜ਼ਾ ਇਕੱਲਾ ਕਾਗਜ਼ਾਂ ਵਾਲਾ। ਸੋ ਸਭ ਇਹੀ ਚੀਜ਼ਾਂ ਯਾਦ ਕਰਕੇ ਜਾਇਓ। ਟੈਨਸ਼ਨ ਕੋਈ ਨਹੀਂ ਹੈਗੀ, ਕਿਸੇ ਚੀਜ਼ ਦੀ ਲੋੜ ਨਹੀਂ। ਜਿਨ੍ਹਾਂ ਦੀ ਇੰਟਰਵਿਊ ਆ ਰਹੀ ਆ ਉਹਨਾਂ ਨੂੰ ਬਹੁਤ ਆਲ ਦਾ ਬੈਸਟ ਆ ਮੇਰੇ ਵੱਲੋਂ। ਸੋ ਆਪਾਂ ਨਿਊਯਾਰਕ ਐਂਟਰ ਕਰ ਗਏ ਯਾਰ, ਤੇ ਹੁਣ ਆਪਾਂ ਸਿੱਧਾ ਜਾਣਾ ਵਾ ਮੰਮੀ ਉਹਨਾਂ ਘਰੇ।
ਸਹੁਰਿਆਂ ਘਰੇ ਜਾਣਾ, ਸਹੁਰਿਆਂ ਘਰੇ ਬ੍ਰੇਕਫਾਸਟ ਉਧਰ ਹੀ ਕਰਨਾ ਐਂਡ ਆਪਾਂ ਜਾ ਕੇ ਨਾਲੇ ਤਾਂ ਫਰਮਾਨ ਨੂੰ ਮਿਲਦੇ ਆ ਤੇ ਨਾਲੇ ਆਪਾਂ ਉੱਥੇ ਕਰਨੀ ਆ ਵੀਡੀਓ ਦੀ ਐਂਡਿੰਗ। ਬਟ ਵੀਡੀਓ ਦੀ ਐਂਡਿੰਗ ਕਰਨ ਤੋਂ ਪਹਿਲਾਂ ਨਾ ਤੁਸੀਂ ਮੇਰੇ ਵਾਲੇ ਪਾਸੇ ਤੋਂ ਦੇਖ ਲਿਆ ਵੀ ਇੰਟਰਵਿਊ ਦਾ ਮੇਰੇ ਵਾਲੇ ਪਾਸੇ ਤੋਂ ਸੁਣ ਲਿਆ ਹਨਾ, ਤੇ ਤੁਹਾਨੂੰ ਮੈਂ ਸੁਮੀ ਵਾਲੇ ਪਾਸੇ ਵੀ ਸੁਣਾਉਂਗਾ ਕਿਉਂਕਿ ਸੁਮੀ ਦਾ ਕੀ ਰਿਐਕਸ਼ਨ ਸੀਗਾ, ਕਿੱਦਾਂ ਉਹ ਉਸ ਟਾਈਮ ਤੇ ਕੀ ਫੀਲ ਕਰਦੀ ਪਈ ਸੀਗੀ, ਕਿੱਦਾਂ ਜੋ ਵੀ ਉਸ ਟਾਈਮ ਤੇ ਕਿੱਦਾਂ ਹੋ ਰਿਹਾ ਸੀਗਾ ਨਾ। ਸੋ ਫਾਈਨਲੀ ਪਹੁੰਚ ਗਏ ਆਪਾਂ ਘਰੇ ਐਂਡ ਇਹ ਗੱਡੀਆਂ ਬੜੀਆਂ ਘੈਂਟ ਖੜੀਆਂ ਹੁੰਦੀਆਂ, ਕਿੰਨੀ ਵਾਰ ਦਿਖਾਤੀਆਂ ਮੈਂ, ਫਿਰ ਦਿਖਾਵਾਂ। ਕਿੱਡੀ ਘੈਂਟ ਚੀਜ਼ ਖੜੀ ਹੈ ਨਾਲੇ ਦੇ ਉੱਧਰ, ਕਿੰਨੀ ਘੈਂਟ ਚੀਜ਼ ਖੜੀ ਹੈ ਤੇ ਆਹ ਕਿੰਨੀ ਘੈਂਟ ਆ। हाउ आर यू बेबी? आज तेरा नवा रंग बड़ा अच्छा लग रहा है। रंग व्लॉग को हेलो नहीं कहना बे, क्या कर बाल तो दिखाई, कलर तो दिखाई। सो पहुंच गया ਆਪਾਂ ਘਰੇ। देख कितनी खुश है वो, तो नूर कितना टपकदा पिया, पेके घर बैठी है ना। मेरा नूर वैसे ही बहुत चल वैसे वो भी मेरा ही घर है, ये भी मेरा ही घर है, वैसे ही बहुत है, ये भी मेरा ही बोलन घर। तो तेरा स्टाइल बहुत ਵਧੀਆ ਹੈ। सारे कहंदे ने बहुत सुना है। ਅੱਛਾ ਵੀਡੀਓ ਬਣਦੀ ਪਈ ਹੈ, ਮੇਰੇ ਇੰਟਰਵਿਊ ਵਾਲੀ ਬਣਾ ਰਿਹਾ ਸੀਗਾ ਮੈਂ, ਕੁਐਸਚਨ ਸਾਰੇ ਤੇ ਐਂਡ ਆਲਮੋਸਟ ਐਂਡਿੰਗ ਤੇ ਹੀ ਆ। ਉਹ ਦੀ ਗੱਲ ਦੱਸਤੀ ਕਿਹੜੀ? ਜਿਹੜੀ ਵਾਪਸ ਗਏ ਸੀ। ਹਾਂ ਸਾਰਾ ਕੁਝ ਦੱਸਤਾ ਤੇ ਹੁਣ ਤੇਰਾ ਮੈਂ ਰਿਐਕਸ਼ਨ ਨਹੀਂ ਲੈਣਾ ਵੀ ਤੇਰਾ ਉਸ ਟਾਈਮ ਤੇ ਕੀ ਹਾਲ ਸੀਗਾ। ਮੈਂ ਉਹ ਤੋਬਾ ਮੈਂ ਬਾਬਾ ਆ ਗਿਆ ਬਾਵੇ ਫਰਮਾਨ। ਉਹ ਚੁੱਤਾ ਉੱਠ ਕੇ ਆਇਆ ਜੀ, ਤੂੰ ਪਾਪਾ ਦੀ ਆਵਾਜ਼ ਸੁਣ ਲਈ ਸੀ। Papa. Arigato, papá. Arigato. Pari. Tinu kutia. Oh, tinu kutia. Tinu. ਪ੍ਰਭ ਅਸੀਂ ਕੱਲ 10 ਮਿੰਟ ਗਏ ਆ ਆਈ ਥਿੰਕ ਸ਼ਾਪਿੰਗ ਲਈ। 10 ਮਿੰਟ ਵੀ ਨਹੀਂ, ਉਤਰੇ ਆ ਗੱਡੀ ਤੋਂ ਤੇ ਜਿੱਥੇ ਆਪਾਂ ਨੇਲਸ ਕਰਾਉਣ ਜਾਣਾ ਸੀ ਨਾ ਉਹ ਬੰਦ ਸੀ। ਵਿਦਨ ਉੱਥੇ ਦੁਕਾਨ ਤੇ ਜਾ ਕੇ ਵਾਪਸ ਆਉਣ ਤੱਕ ਇਹ ਭਾਈ ਟਮਾਟਰ ਨੂੰ ਲਾਲ ਤੇ ਕਰੇ ਹੀਟ ਵੇਵ ਉਹ ਪੈਂਦੀ ਸੀ ਨਾ ਕਰੇ ਪਾਪਾ ਦੀ ਕੈਬ ਦੋ, ਸਾਈਡ ਕਰ ਦੋ। ਡੱਡੂ ਹਾਈ ਕੀਤੀ ਨਹੀਂ ਕੀਤੀ ਪਤਾ ਨਹੀਂ, ਮੂੰਹ 'ਚ ਹੀ ਬੋਲਦਾ ਰਹਿੰਦਾ। ਇਹਦੀ ਲੈਂਗੁਏਜ ਪਤਾ ਕਿਹੜੀ ਵਾਲੀ ਹੈ? ਬਾਹੂਬਲੀ ਤੇ ਨਹੀਂ। ਉਹ ਸਹੀ ਗੱਲ ਹੈ, ਬਾਹੂਬਲੀ ਵਾਲੀ। ਅੱਛਾ ਚਲੋ ਵਲੌਗ ਐਂਡਿੰਗ ਕਰਨਾ। ਦੱਸੋ ਫਿਰ ਰਿਐਕਸ਼ਨ ਦੱਸ ਤੇਰਾ ਕੀ ਰਿਐਕਸ਼ਨ ਸੀਗਾ ਜਦੋਂ ਉੱਥੇ? ਮੇਰੇ ਨਾ ਰਾਤ ਸੀ ਇਥੇ ਸਾਡੇ ਨਾ ਇੱਥੇ ਪ੍ਰੋਪਰ। ਆਹੋ ਰਾਤ ਨੂੰ 2 ਵਜੇ ਬਾਹਰ ਆਇਆ ਸੀ ਮੈਂ। ਹਾਂ ਸਾਡੇ 9-10 ਵਜੇ ਮੈਨੂੰ ਨੀਂਦ ਨਹੀਂ ਆਈ ਐਕਚੁਅਲੀ, ਮੈਂ ਸੁੱਤੀ ਨਹੀਂ ਕਿਉਂਕਿ ਮੈਨੂੰ ਪਤਾ ਸੀ ਜਾਣਾ ਪ੍ਰਭ ਨੇ। ਸੋ ਪ੍ਰਭ ਗਏ ਇੰਟਰਵਿਊ ਜਦੋਂ, ਮਤਲਬ ਪ੍ਰਭ ਨੇ ਫੋਨ ਤੱਕ ਆਬਵੀਅਸਲੀ ਹੋਟਲ 'ਚ ਰੱਖ ਕੇ ਗਏ ਸੀਗੇ, ਲੈ ਕੇ ਨਹੀਂ ਗਏ ਸੀ ਨਾਲ ਹਨਾ। ਉਹ ਜਦੋਂ ਪਹਿਲੀ ਵਾਰ ਜਦੋਂ ਬਾਹਰ ਆਇਆ, ਜਦੋਂ ਉਹਨਾਂ ਨੇ ਕਰੈਕਸ਼ਨ ਕਰ ਲਈ ਬਾਹਰ ਹਾਂ ਉਹੀ ਮੈਂ ਕਹਿ ਰਹੀ ਹਾਂ ਨਾ, ਮੈਂ ਨਾ ਵੇਟ ਕਰ ਰਹੀ ਕਿ ਆਇਆ ਨਹੀਂ ਫੋਨ ਨਹੀਂ ਆਇਆ ਹਨਾ। ਮੈਂ ਰੋਣਾ ਸ਼ੁਰੂ ਕਰ ਦਿੱਤਾ ਉੱਚੀ ਕਿ ਲਾਈਕ ਮੇਰਾ ਬੁਰਾ ਹਾਲ। ਮੈਂ ਕਿਹਾ ਸ਼ਿਟ ਨਾ ਹੋ ਗਈ, ਜਿਹੜਾ ਇੰਨਾ ਟਾਈਮ ਲੈ ਰਿਹਾ ਇਹ ਭਾਈ ਡਿਪਰੈਸ਼ਨ 'ਚ ਚਲਾ ਗਿਆ ਕਿਉਂਕਿ ਨਾ ਹੋ ਗਈ ਇਹਨੇ ਫੋਨ ਬੰਦ ਕਰ ਦਿੱਤੇ ਨੇ। ਮੈਂ ਪਾਪਾ ਨੂੰ ਮੰਮਾ ਨੂੰ ਫੋਨ ਕਰਾਂ ਕਿ ਆਇਆ ਤੁਹਾਨੂੰ ਫੋਨ ਆਇਆ, ਸ਼ਾਇਦ ਤੁਹਾਨੂੰ ਹੀ ਕੁਝ ਦੱਸ ਦਿੱਤਾ ਹੋਵੇ, ਮੈਨੂੰ ਸ਼ਾਇਦ ਲਾਈਕ ਨਾ ਸੈਡ ਹੋ ਗਿਆ ਤੇ ਮੈਨੂੰ ਕੁਝ ਦੱਸਦਾ ਨਹੀਂ ਪਿਆ। ਜਦ ਕਰੈਕਸ਼ਨ ਲਈ ਫੋਨ ਆਇਆ ਨਾ, ਫੋਨ ਵੱਜਦਾ ਪਿਆ ਸੀ ਨਾ, ਮੈਨੂੰ ਪ੍ਰਭ ਨੇ ਕਿਹਾ ਉਹ ਯਾਰ ਪੰਗਾ ਪੈਗਾ, ਪਹੁੰਚ ਕਰੀ ਹਨਾ। ਮੈਂ ਕਿਹਾ ਲੈ ਲਓ, ਮੇਰੇ ਕੋਲ ਟਾਈਮ ਨਹੀਂ ਸੀ, ਉਹਦਾ ਫੋਨ ਵੱਜੀ ਜਾਂਦਾ ਸੀ। ਮੈਨੂੰ ਐ ਸੀ ਵੀ ਫਟਾਫਟ ਸ਼ਾਇਦ ਇੱਥੇ ਐਪ ਤੇ ਕੁਝ ਨਹੀਂ, ਮੈਂ ਗੱਡੀ ਨਹੀਂ ਮਿਲਣੀ ਰੋਕ ਕੇ ਕੁਝ ਨਹੀਂ ਮਿਲਣਾ। ਮੈਂ
ਮੈਂ ਡਰ ਗਈ, ਮੈਂ ਕਿਹਾ ਪਤਾ ਨਹੀਂ ਕਿਹੜਾ ਪੰਗਾ ਪੈ ਗਿਆ। ਮੈਂ ਕਿਹਾ ਹੋ ਗਈ ਨਾ, ਸੋ ਜਾਓ ਹੁਣ, ਪਤਾ ਨਹੀਂ ਕੀ ਹੋਊਗਾ, ਰੱਬ ਰੱਖਾ, ਪੈਕ ਕਰੋ, ਚਲੋ ਇੰਡੀਆ ਮੂਵ ਹੋ ਜਾਓ ਤਾਂ ਤੁਸੀਂ। ਮੈਂ ਕਿਹਾ ਮੈਂ ਅਰਦਾਸਾਂ ਕਰਨੀਆਂ, ਪਤਾ ਨਹੀਂ ਕੀ ਕੁਝ ਕਰਨਾ, ਰੋ ਰੋ ਕੇ ਮੈਂ ਆਪਣਾ ਮੂੰਹ ਮਤਲਬ ਸਜਾ ਲਿਆ ਕਿ ਮੈਂ ਆਣਾ ਹੀ ਨਹੀਂ ਪ੍ਰਭ ਨੇ। ਮੈਂ ਮਨ ਬਣਾ ਲਿਆ ਸੀ ਕਿ ਹੋ ਗਈ ਨਾ, ਹੋ ਗਈ, Rejection ਲੱਗ ਗਈ। ਰਿਜੈਕਸ਼ਨ ਲੱਗ ਗਈ ਪ੍ਰੋਪਰ। Rejection ਪ੍ਰਭ ਦਾ ਆਈ ਥਿੰਕ 2 ਵਜੇ ਨਾਲ ਫੋਨ ਆਇਆ ਰਾਤ ਦੇ ਨਾ, ਆਹ ਮੇਰੇ 11:30 ਵਜੇ 2 ਵਜੇ ਫੋਨ ਬੈਲ ਵੱਜੀ ਨਾ, ਮੇਰੀ ਹਿੰਮਤ ਨਹੀਂ ਹੋ ਰਹੀ ਸੀ ਕਿ ਮੈਂ ਫੋਨ ਚੱਕਾਂ, ਕਿਉਂਕਿ ਮੈਨੂੰ ਇਹ ਸੀ ਨਾ ਨਹੀਂ ਮੈਂ ਸੁਣ ਸਕਦੀ, ਹਾਂ ਹੋਈ ਨਹੀਂ ਤੇ ਨਾ ਸੁਣ ਨਹੀਂ ਸਕਦੀ। ਨਹੀਂ ਪਹਿਲਾਂ ਮੈਂ ਤੈਨੂੰ ਫੋਟੋ ਭੇਜੀ, ਉਹਦੀ, ਪਰ ਮੈਂ ਫੋਟੋ ਨਹੀਂ ਨਾ ਦੇਖੀ, ਮੇਰੀ ਚ ਇੰਨੀ ਹਿੰਮਤ ਨਹੀਂ ਹੈ ਸੀ ਕਿ ਮੈਂ ਕੁਝ ਦੇਖਦੀ। ਪ੍ਰਭ ਦਾ ਫੋਨ ਜਾ, ਮੈਂ ਤੇਰਾ ਲਾਈਕ ਪ੍ਰੋਮਿਸ ਤੇ ਕਹਿ ਰਹਾ ਹੋ ਗਿਆ ਬੇਬੀ, ਆਮ ਫਤਿਹ ਆਮ ਕਮਿੰਗ। ਓ ਮਾਈ ਗॉड, ਮੈਂ ਬੈੱਡ ਤੋਂ ਟੱਪ ਕੇ ਬਾਹਰ, ਮੈਂ ਕਿਹਾ ਓ ਮਾਈ ਗॉड ਥੈਂਕ ਗॉड। ਮੈਂ ਰੋਣਾ ਬੰਦ ਕੀਤਾ। ਪ੍ਰੀਤੀ ਨੂੰ ਸਭ ਤੋਂ ਪਹਿਲਾਂ ਮੈਂ ਕਾਲ ਕੀਤੀ ਤੇ ਪ੍ਰੀਤੀ ਬਣ ਗਿਆ। ਪ੍ਰੀਤੀ ਵੀ ਬਹੁਤ ਟੈਨਸ਼ਨ ਜਿਹੀ ਸੀ, ਬਹੁਤ ਟੈਨਸ਼ਨ ਸੀਗੀ, ਉਹ ਵੀ ਉਹਦਾ ਵੀ ਫੋਨ ਆਇਆ, ਨਿਕਲਿਆ ਮੈਂ ਕੈਬ 'ਚ ਬੈਠੇ 에어ਪੋਰਟ ਜਾ ਰਿਹਾ ਸੀ ਨਾ, ਹੈਦਰਾਬਾਦ ਦੀ ਫਲਾਈਟ ਸੀ, ਉਸ ਤੋਂ ਬਾਅਦ ਮੇਰੀ। ਬਟ ਹੁਣ ਨਾ ਦੱਸ ਕੇ ਉਹ ਫੀਲਿੰਗਸ ਨਾ ਬਿਆਨ ਨਹੀਂ ਹੋ ਰਿਹਾ ਜਿੱਦਾਂ ਮੈਂ ਫੀਲ ਕੀਤਾ ਸੀ, ਕਿਉਂਕਿ ਪਤਾ ਜਿਨ੍ਹਾਂ ਦੇ ਹਸਬੈਂਡ ਜਾਂ ਵਾਈਫ ਰਹਿੰਦੀਆਂ ਨੇ ਨਾ ਬਾਹਰ, ਉਹਨਾਂ ਨੂੰ ਇਹ ਫੀਲਿੰਗਸ ਪਤਾ ਲੱਗ ਸਮਝ ਆ ਜਾਂਦੀਆਂ ਕਿ ਕਿੱਦਾਂ ਫੀਲ ਹੁੰਦਾ ਬੰਦੇ ਨੂੰ, ਕਿ ਜਾਂ ਤਾਂ ਹਾਂ ਹੋਣੀ ਹੈ ਜਾਂ ਨਾ ਹੋਣੀ। ਨਾ ਤੁਸੀਂ ਸੁਣਨਾ ਨਹੀਂ ਚਾਹੁੰਦੇ, ਹਾਂ ਹੋਈ ਨਹੀਂ, ਲਾਈਕ ਇਹ ਡਰ ਲੱਗਾ ਰਹਿੰਦਾ ਹੈ ਨਾ, ਲਾਈਕ ਈਵਨ ਦਾ ਜੈਨੂਇਨ ਕੇਸ ਵੀ ਹੋਵੇ ਤਾਂ ਵੀ ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ। ਜਦੋਂ ਸਾਡਾ ਮੈਂ ਆਪਣੇ ਫੈਮਿਲੀ ਨਾਲ ਇੱਥੇ ਆਣਾ ਸੀ ਨਾ, ਉਦੋਂ ਮੇਰਾ ਦਿਲ ਏਦਾਂ ਸੀ, ਸਾਡਾ ਦਿਲ ਏਦਾਂ ਕਰਦਾ ਹੋਇਆ ਸੀ ਜਿੱਦਾਂ ਪ੍ਰਭ ਨਾਲ ਫੀਲ ਹੋਇਆ ਮੈਨੂੰ। ਬਸ ਆ 2 ਟਾਈਮ ਮੈਂ ਬਹੁਤ ਡਰੀ ਲਾਈਫ 'ਚ ਕਿ ਸ਼ਿਟ ਪਤਾ ਨਹੀਂ ਕੀ ਬਣੂਗਾ, ਮੂਵ ਕਰਨਾ ਪੈਣਾ, ਮਤਲਬ ਮੈਂ ਹੈ ਵੀ ਇਹੋ ਜੀ, ਮੈਂ ਪਤਾ ਨਹੀਂ ਕਿੱਥੇ ਦੀ ਸੋਚਣ ਲੱਗ ਜਾਂਦੀ ਹੈ ਕਿ ਕੀ ਹੋਊਗਾ ਕੀ ਨਹੀਂ ਹੋਊਗਾ। ਬਟ ਥੈਂਕ ਗॉड ਗ੍ਰੇਸਫੁਲੀ ਲਾਈਕ ਯੂ ਨੋ, ਕਿਉਂਕਿ ਜੇ ਉਹ ਵਾਲਾ ਚੇਂਜ ਹੋ ਜਾਂਦਾ, ਪ੍ਰਭ ਨੇ ਕਿਹਾ ਹੋ ਗਈ, ਮੈਂ ਕਿਹਾ ਟਿਕਟ ਅੱਜ ਦੀ ਜਦੋਂ ਆਓ ਮੈਨੂੰ ਸੀਰੀਅਸਲੀ ਕਹਿਣਾ, ਜਦੋਂ ਠੀਕ ਹੋਇਆ, ਜਦੋਂ ਮੈਂ ਫਲਾਈਟ ਚੜ੍ਹਨੀ, ਦੂਜੀ ਹੈਦਰਾਬਾਦ ਦੀ ਫਲਾਈਟ ਚੜ੍ਹਨੀ ਸੀਗੀ, 에어ਪੋਰਟ ਪਹੁੰਚ ਕੇ ਪਾਪਾ ਨੂੰ ਪਹਿਲੀ ਚੀਜ਼ ਕੀ ਗਈ, ਟਿਕਟ ਕਰਾ ਦਿਓ, ਪਹਿਲੇ ਟਿਕਟ ਕਰਾ ਦਿਓ। ਚਲੋ ਬਾਕੀ ਯਾਰ ਇਹ ਸੀਗਾ ਸਾਡਾ ਅੱਜ ਦਾ ਵਲੌਗ। ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿੱਦਾਂ ਦਾ ਲੱਗਿਆ ਕਮੈਂਟਾਂ 'ਚ ਜ਼ਰੂਰ ਦੱਸਿਓ। ਤੁਹਾਡੇ ਕੋਈ ਵੀ ਕੁਐਸਚਨ ਹੋਣ, ਕਿਸੇ ਤਰੀਕੇ ਦੇ ਵੀ ਕੁਐਸਚਨ ਹੋਣ, ਅਸੀਂ ਕੋਈ ਕੰਸਲਟੈਂਟ ਨਹੀਂ ਹੈਗੇ, ਬਟ ਹਾਂ ਮੈਂ ਉਹੀ ਤੁਹਾਨੂੰ ਪਹਿਲਾਂ ਦੱਸਿਆ ਹੋਇਆ, ਹਰੇਕ ਵੀਡੀਓ ਦੱਸਣਾ ਮੈਂ ਕੰਸਲਟੈਂਟ ਨਹੀਂ ਹੈਗਾ। ਅਸੀਂ ਕੰਸਲਟੈਂਟ, ਸਾਨੂੰ ਇੰਨੀ ਨੌਲੇਜ ਨਹੀਂ, ਬਟ ਸਾਡਾ ਪਰਸਨਲ ਐਕਸਪੀਰੀਅੰਸ, ਜਿਹੜੇ ਐਕਸਪੀਰੀਅੰਸ ਤੋਂ ਅਸੀਂ ਗੋ ਥਰੂ ਹੋਏ ਆ ਨਾ, ਸਿਰਫ ਉਹਦੇ ਰਿਗਾਰਡਿੰਗ ਸੁਣਾ ਰਿਹਾ ਮੈਂ, ਉਹੀ ਸਭ ਕੁਝ ਦੱਸਦਾ ਪਿਆ ਜੋ ਮੇਰਾ ਆਪਦਾ ਪਰਸਨਲ ਐਕਸਪੀਰੀਅੰਸ ਹੈਗਾ, ਜਾਂ ਜੋ ਅਸੀਂ ਫੀਲ ਕੀਤਾ ਉਸ ਟਾਈਮ ਤੇ, ਜੋ ਅਸੀਂ ਮਤਲਬ ਪ੍ਰੋਸੈਸ ਦੇ ਥਰੂ ਗਏ ਆ ਉਹ ਟਾਈਮ ਦੇ ਵਿੱਚ, ਹੈ ਨਾ। ਮੈਂ ਬਸ ਇੱਕ ਚੀਜ਼ ਕਹਾਂਗੀ, ਜਿਨ੍ਹਾਂ ਦੇ ਵੀ ਹਸਬੈਂਡਸ ਜਾਂ ਵਾਈਫਸ ਇਸ ਚੀਜ਼ ਤੋਂ ਜਾ ਰਹੇ ਨੇ ਕਿ ਇੰਡੀਆ ਬੈਠੇ ਨੇ, ਪੇਸ਼ੈਂਸ, ਦੈਟਸ ਇਟ, ਪੇਸ਼ੈਂਸ ਰੱਖੋ, ਸੱਚੀ ਪੇਸ਼ੈਂਸ ਰੱਖੋਗੇ ਤੇ ਆਈ ਮੀਨ ਐਟ ਦੀ ਐਂਡ ਆਬਵੀਅਸਲੀ ਜੈਨੂਇਨ ਕੇਸਿਸ ਹੋ ਹੀ ਜਾਣਾ ਹੈ, ਪਰ ਪੇਸ਼ੈਂਸ ਰੱਖਣਾ ਬਹੁਤ। ਐਂਡ ਸੀਰੀਅਸਲੀ ਕਹਿੰਦਾ, ਮੈਂ ਮਜ਼ਾਕ ਨਹੀਂ ਕਰਦਾ, ਇਹ ਫਾਈਲ ਵਾਲੇ ਪ੍ਰੋਸੈਸ ਨੇ ਮੇਰੇ 'ਚ ਬਹੁਤ ਪੇਸ਼ੈਂਸ ਲੈ ਕੇ ਆਉਂਦੀ ਹੈ, ਬਹੁਤ। ਇਹਨੂੰ ਪੁੱਛ, ਮੈਂ ਇਹੋ ਜਿਹਾ ਬੰਦਾ ਸੀਗਾ, ਜੇ ਕੰਮ ਕਰਨਾ ਚਾਹੀਦਾ ਹੁਣੀ ਹੁਣੇ ਅੱਬੀ ਇਸੀ ਵਕਤ ਹੁਣੇ ਬਸ ਕਰਨਾ ਬਸ ਜੋ ਵੀ ਆ, ਮੈਂ ਇਹੋ ਜਿਹਾ ਬੰਦਾ ਹੁੰਦਾ ਸੀ, ਜ਼ੀਰੋ ਪੇਸ਼ੈਂਸ ਸੀਗੀ। ਐਂਡ ਹੁਣ ਮੇਰੇ 'ਚ ਪੇਸ਼ੈਂਸ ਬਹੁਤ ਜ਼ਿਆਦਾ ਹੋ ਗਈ, ਬਹੁਤ ਪੇਸ਼ੈਂਸ ਹੋ ਗਈ। ਤੇ ਚਲੋ ਯਾਰ ਇਹ ਸੀਗਾ ਸਾਡਾ ਅੱਜ ਦਾ ਵਲੌਗ। ਸਾਨੂੰ ਅਸੀਂ ਪਰੌਂਠੇ ਖਾਈਏ, ਪਰੌਂਠੇ ਬਣ ਗਏ, ਹੁਣ ਭੁੱਖ ਵੀ ਬਹੁਤ ਲੱਗੀ ਹੋਈ ਆ। ਬਾਕੀ ਕੋਈ ਕਿਸੇ ਤਰੀਕੇ ਦਾ ਵੀ ਕੋਈ ਕੁਐਸਚਨ ਹੋਵੇ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ, ਉਹਦੇ ਬੇਝਿਜਕ ਹੋ ਕੇ ਪੁੱਛਿਓ ਯਾਰ, ਜਿੰਨਾ ਕੁ ਮੈਂ ਹੋ ਸਕੂਗਾ ਉਹਨਾਂ ਕਿ ਜਿੰਨੀ ਕੁ ਮੈਨੂੰ ਨੌਲੇਜ ਹੋਊਗੀ ਅਸੀਂ ਦੱਸਾਂਗੇ, ਉਹਦੇ ਵਿੱਚ ਅਸੀਂ ਰਿਪਲਾਈ ਕਰਾਂਗੇ, ਤੇ ਜਿੰਨੀ ਕੁ ਨਹੀਂ ਹੋਊਗੀ ਅਸੀਂ ਉਹ ਵੀ ਦੱਸ ਦਾਂਗੇ, ਸਾਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ। ਤੇ ਬਾਕੀ ਤੁਹਾਨੂੰ ਪਤਾ ਹੀ ਆ ਪ੍ਰੋਸੀਜਰ, ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਪਿਆਰ ਕਰੋ। ਹਾਂ ਉਹ ਦੇਖੋ, ਮੈਂ ਦੇਖਿਆ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਪਿਆਰ ਕਰੋ। ਚਲੋ ਅਮਰੀਕਨ ਜੋੜੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਾਏ ਬਾਏ। ਜਹਾਜ਼ ਨੇੜੇ ਹੀ ਜਾਂਦਾ ਉਹਦੇ ਤੁਹਾਡੇ ਨਾ, ਹਾਂ ਇੱਥੇ ਜਾਂਦਾ, ਬਾਏ ਕਰਦੇ ਆ ਦੇਖ ਪ੍ਰਭਾ ਦੇਖ ਇੱਕ ਚੀਜ਼ ਹੋ ਰਮਨ ਲੁੱਕ ਇੱਧਰ, he looks so cute.